ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਉਹ ਮਸਲੇ ਲੈਂਦੇ ਹਾਂ ਜਿਹੜੇ ਸਿਆਸੀ ਮੁੱਦੇ ਨੇ, ਔਰ ਉਹ ਪੱਖ ਦੇ ਮੁੱਦਿਆਂ ਨੂੰ ਅੱਜ ਅਸੀਂ ਦੋਨੇ ਤੁਹਾਡੇ ਤੱਕ ਸ਼ੇਅਰ ਕਰਾਂਗੇ, ਸਾਂਝੇ ਕਰਾਂਗੇ। ਅਤੇ ਮੇਰੇ ਨਾਲ ਸੰਜੀਵ ਯਸ਼ ਖੰਨਾ ਜੀ ਨੇ। ਅਤੇ ਖੰਨਾ ਜੀ ਉਹ ਮਸਲਾ ਲਓ ਜਿਹੜੇ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ, ਔਰ ਉਹ ਸਾਡੇ ਦੇਸ਼ ਵਿੱਚ ਵੀ ਵਾਪਰਿਆ, ਪ੍ਰਦੇਸ਼ 'ਚ ਵੀ ਆ, ਔਰ ਬਾਹਰਲੇ ਦੇਸ਼ ਵਿੱਚ ਵੀ ਆ, ਔਰ ਉਹ ਮਸਲੇ ਨਾਲ ਅਸੀਂ ਉਹਨਾਂ ਦੀ ਸਾਂਝ ਪਵਾਈਏ। ਜੀ, ਸਭ ਤੋਂ ਪਹਿਲਾਂ ਤਾਂ ਵਿਦੇਸ਼ ਤੇ ਲੈਂਦੇ ਹਾਂ ਕਿ ਭਾਰਤੀ ਮੂਲ ਦੇ ਜਿਹੜੇ ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਬਣੇ ਨੇ ਅਜੇ ਬੰਗਾ ਜੀ, ਉਹ ਸਮਰਥਨ ਲੈਣ ਲਈ ਪੂਰੀ ਦੁਨੀਆ ਦਾ ਹੁਣ ਸਫ਼ਰ ਕਰਨਗੇ ਅਤੇ ਗਰੀਬੀ ਦੂਰ ਕਰਨ ਅਤੇ ਜਲਵਾਯੂ ਪਰਿਵਰਤਨ ਦੇ ਉੱਤੇ ਉਹਨਾਂ ਦਾ ਖਾਸ ਫੋਕਸ ਰਹਿਣਾ। ਵਾਹ, ਇਹ ਗੱਲ ਬੜੀ ਖੁਸ਼ੀ ਵਾਲੀ ਹੈ ਸਾਡੇ ਸਾਰੇ ਦਰਸ਼ਕਾਂ ਲਈ, ਕਿਉਂਕਿ ਇੱਕ ਬਹੁਤ ਵੱਡੀ ਪੋਸਟ 'ਤੇ ਜਿਹੜੇ ਬਾਈਡਨ ਜੀ ਨੇ ਉਹਨਾਂ ਨੂੰ ਉੱਤੇ ਪ੍ਰੋੜਤਾ ਦੇ ਕੇ ਉਹਦੇ ਵਿੱਚ ਨਿਯੁਕਤ ਕੀਤਾ। ਅਮਰੀਕਾ ਦੇ ਵਿੱਚ ਵੱਸਦੇ ਨੇ, ਔਰ ਬੰਗਾ ਪਿੰਡ ਉਹਨਾਂ ਦਾ, ਔਰ ਉੱਥੋਂ ਹੀ ਪੜ੍ਹੇ ਲਿਖੇ ਪੰਜਾਬ 'ਚੋਂ ਹੀ, ਔਰ ਪੰਜਾਬ ਤੋਂ ਹੀ ਇਸ ਵੱਡੀ ਉਪਾਧੀ 'ਤੇ ਉਹਨਾਂ ਨੇ ਗ੍ਰਹਿਣ ਕੀਤਾ। ਔਰ ਇਹ ਖੁਸ਼ਖਬਰੀ ਸਾਰੇ ਵਿਸ਼ਵ ਵਿੱਚ ਲੋਕਾਂ ਤੱਕ ਪਹੁੰਚ ਗਈ ਆ। ਔਰ ਸਾਡੇ ਇਸ ਚੈਨਲ ਨਾਲ ਵੀ ਅਸੀਂ ਤੁਹਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਉਹਨਾਂ ਨੇ ਬਹੁਤ ਵੱਡਾ ਇਹ ਕੰਮ ਕੀਤਾ, ਖਾਸ ਕਰਕੇ ਅਮਰੀਕਾ 'ਚ ਬਹਿ ਕੇ। ਔਰ ਉਹਨਾਂ ਨੇ ਦੱਸਿਆ ਕਿ ਮੈਨੂੰ ਉਸ ਧਰਤੀ ਨੇ ਇੰਨੀ ਵੱਡੀ ਗੁੜਤੀ ਦਿੱਤੀ ਆ ਜਿੱਥੋਂ ਮੈਂ ਚੰਗੀ ਚੋਖੀ ਵਿਦਿਆ ਲੈ ਕੇ, ਚੰਗੀ ਪਰੰਪਰਾ ਅਪਣਾ ਕੇ, ਔਰ ਇਸ ਵਿਸ਼ਵ ਦੀ ਵੱਡੀ ਉਪਾਧੀ 'ਤੇ ਬਿਰਾਜਮਾਨ ਹੋਇਆ। ਔਰ ਮੇਰਾ ਖਿਆਲ ਹੈ ਕਿ ਅੱਜ ਕੱਲ੍ਹ ਉਹਨਾਂ ਨੇ ਵਿਸ਼ਵ ਟੂਰ ਲਾਉਣ ਦਾ ਇੱਕ ਐਲਾਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਜਲਵਾਯੂ ਵਿੱਚ ਪਰਿਵਰਤਨ ਹੈ ਔਰ ਗਰੀਬੀ ਦੇ ਬਾਰੇ 'ਚ ਮੈਂ ਦੇਖਾਂਗਾ ਕਿ ਕਿੱਥੇ ਕਿੱਥੇ ਕੀ ਕੁਛ ਹੈਗਾ, ਔਰ ਉਹਦੇ ਵਿੱਚ ਆਂਦੇ ਅਸੀਂ ਉਹ ਕੁਝ ਸਹੂਲਤਾਂ ਮੁਹੱਈਆ ਕਰਾਂਗੇ ਉਹਨਾਂ ਸਾਰੇ ਲੋਕਾਂ ਲਈ ਜਿਹੜੇ ਲੋਕ ਵਿਚਾਰੇ ਨੀਡਡ ਨੇ, ਲੋੜਵੰਦ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਉਸ ਮੁਕਾਮ ਤੱਕ ਪਹੁੰਚੀਏ ਜਿੱਥੇ ਬਾਕੀ ਲੋਕ ਬੈਠੇ ਨੇ। ਉਹ ਕਹਿੰਦੇ ਕਿ ਅਸੀਂ ਬਰਾਬਰਤਾ ਦਾ ਸੁਨੇਹਾ ਦੇਣ ਲਈ ਸਾਰੇ ਦੇਸ਼ ਦਾ ਦੌਰਾ ਕਰਾਂਗੇ, ਜਿਹਦੇ ਵਿੱਚ ਲੈਟਨ ਅਮਰੀਕਾ ਵਾ, ਔਰ ਉਹਦੇ ਵਿੱਚ ਯੂਰਪੀਅਨ ਕੰਟਰੀ ਵੀ ਹੈਗੀਆਂ, ਔਰ ਏਸ਼ੀਅਨ ਕੰਟਰੀ ਵੀ ਆ, ਔਰ ਸਾਰੇ ਦੇਸ਼ਾਂ ਵਿੱਚ ਉਹ ਘੁੰਮਣਗੇ। ਔਰ ਇਹ ਬੜੀ ਵੱਡੀ ਗੱਲ ਹੈ। ਜਦੋਂ ਪਹਿਲੇ ਜਿਹੜੇ ਇਹਨਾਂ ਦੀ ਪੋਸਟ 'ਤੇ ਸੀ ਡੇਵਿਡ ਜੀ, ਉਹ ਸੀ ਬੈਠੇ, ਉਹਨਾਂ ਦਾ ਕੁਛ ਨਾ ਕੁਛ ਉਣਤਾ ਹੀ ਰਹਿ ਗਈ, ਕੁਛ ਉਹਨਾਂ ਕੋਲ ਐਲਾਨ ਇਸ ਤਰ੍ਹਾਂ ਦੇ ਹੋ ਗਏ, ਔਰ ਉਹਨਾਂ ਨੂੰ ਇਸ ਉਪਾਧੀ ਤੋਂ ਪਾਸੇ ਕਰ ਦਿੱਤਾ। ਔਰ ਬਾਈਡਨ ਜੀ ਨੇ ਇਹਨਾਂ ਨੂੰ ਨਿਯੁਕਤ ਕੀਤਾ ਕਿਉਂਕਿ ਇਹਨਾਂ ਦੀ ਐਲੀਜੀਬਿਲਿਟੀ ਬਣਦੀ ਸੀ, ਯੋਗਤਾ ਬਣਦੀ ਸੀ, ਤਦ ਕਰਕੇ ਇਹਨਾਂ ਨੇ ਇਸ ਉਪਾਧੀ ਨੂੰ ਗ੍ਰਹਿਣ ਕੀਤਾ। ਔਰ ਮੇਰਾ ਖਿਆਲ ਹੈ ਕਿ ਜਿਹੜੇ ਮੂਲ ਭਾਰਤੀ ਵਸਨੀਕ ਨੇ ਇੱਥੋਂ ਪੜ੍ਹ ਲਿਖ ਕੇ ਗਏ ਆ, ਔਰ ਉਹਨਾਂ ਦੇਸ਼ਾਂ ਵਿੱਚ ਜਾ ਕੇ ਇੰਨੇ ਕੰਪੀਟੀਸ਼ਨ ਵਿੱਚੋਂ ਲੰਘਣਾ, ਔਰ ਇਸ ਵੱਡੀ ਉਪਾਧੀ 'ਤੇ ਵੱਡੀ ਪੋਸਟ 'ਤੇ ਜਾ ਕੇ ਕੰਮ ਕਰਨਾ ਬੜੀ ਵੱਡੀ ਚੁਣੌਤੀ ਹੈ ਉਹਨਾਂ ਲਈ। ਔਰ ਇਸ ਚੈਲੰਜ ਨੂੰ ਕਬੂਲ ਕਰਦਿਆਂ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਹੁਣ ਖਾਸ ਕਰਕੇ ਸਾਡੀ ਦੋਸਤੀ ਅਮਰੀਕਾ ਨਾਲ ਤਾਂ ਰਹੇਗੀ ਭਾਰਤ ਦੀ, ਔਰ ਚਾਈਨਾ ਦੇ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਦੇਸ਼ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨਾਲ ਕੁਝ ਸਾਡੀਆਂ ਇੱਦਾਂ ਦੀਆਂ ਨੀਤੀਆਂ ਚੱਲ ਰਹੀਆਂ ਜਿਨ੍ਹਾਂ ਦੇ ਵਿੱਚ ਅਸੀਂ ਨੁਕਸਾਨ ਉਠਾਇਆ। ਔਰ ਉਹ ਕਹਿ ਰਹੇ ਨੇ ਕਿ ਭਾਰਤ ਦਾ ਔਰ ਅਮਰੀਕਾ ਦਾ ਜਿਹੜਾ ਮਿੱਤਰਤਾ ਵਾ ਦੁਬਾਰਾ ਨਵੇਂ ਸਿਰਿਓਂ ਅਸੀਂ ਗੰਢਾਂਗੇ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਫਾਈਨੈਂਸ਼ੀਅਲ ਪਾਵਰ ਆ ਜਿਹਦੇ ਵਿੱਚ ਬਾਕੀ ਡਿਵੈਲਪ ਕੰਟਰੀ ਅੱਗੇ ਨਿਕਲ ਚੁੱਕੇ ਨੇ, ਅਸੀਂ ਵਿਕਾਸਸ਼ੀਲ ਦੇਸ਼ਾਂ ਦਾ ਵੀ ਥੋੜ੍ਹਾ ਬਹੁਤ ਧਿਆਨ ਕਰਾਂਗੇ, ਜਿਹਦੇ ਵਿੱਚ ਉਹ ਦੇਸ਼ ਜਿੱਥੇ ਇੱਕ ਪਿਛਾਂਹ ਬੈਠੇ ਨੇ ਅਸੀਂ ਉਹਨਾਂ ਨੂੰ ਮੋਹਰਲੀ ਕਤਾਰ ਵਿੱਚ ਲਿਆਉਣ ਲਈ ਸਾਰਾ ਕੁਝ ਕਰਾਂਗੇ। ਔਰ ਦੇਖੋ, ਇੱਕ ਛੋਟੇ ਜਿਹੇ ਕਸਬੇ 'ਚੋਂ ਉੱਠ ਕੇ ਨਵਾਂ ਸ਼ਹਿਰ ਦੇ ਨੇੜੇ ਦੇ ਰਹਿਣ ਵਾਲੇ ਸੀਗੇ, ਔਰ ਉੱਥੋਂ ਇਹਨਾਂ ਨੇ ਇੱਕ ਵੱਡੀ ਉਪਾਧੀ ਗ੍ਰਹਿਣ ਕਰਨ ਨਾਲ ਇਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਖਾਸ ਕਰਕੇ ਨੌਜਵਾਨ ਮੁੰਡਿਆਂ ਲਈ ਕਿ ਉਹ ਵੀ ਇਸੇ ਤਰ੍ਹਾਂ ਮਿਹਨਤ ਕਰਨ, ਇਸੇ ਤਰ੍ਹਾਂ ਪੜ੍ਹਨ, ਪੰਜਾਬੀ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਔਰ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ ਆ। ਔਰ ਉਸ ਭਾਸ਼ਾ ਦੇ ਗਿਆਤਾ ਵੀ ਨੇ, ਅੰਗਰੇਜ਼ੀ ਵੀ ਬਹੁਤ ਅੱਛੀ ਬੋਲ ਲੈਂਦੇ ਆ, ਔਰ ਉਸ ਤਰ੍ਹਾਂ ਉਹਨਾਂ ਨੇ ਬੜੇ ਅੱਛੇ ਜਿਹੜੇ ਵੀ ਉਹਨਾਂ ਨੇ ਡਿਗਰੀਆਂ ਲਈਆਂ, ਉਹਨਾਂ ਦੀਆਂ ਡਿਗਰੀਆਂ ਵੀ ਇਹ ਬੋਲਦੀਆਂ ਨੇ ਕਿ ਉਹਨਾਂ ਦੀ ਯੋਗਤਾ ਬਣੀ ਆ, ਐਲੀਜੀਬਿਲਿਟੀ ਬਣਨ ਨਾਲ ਹੀ ਉਹਨਾਂ ਨੇ ਇਸ ਯੋਗਤਾ 'ਤੇ ਬਿਰਾਜਮਾਨ ਹੋਏ ਆ। ਔਰ ਮੇਰਾ ਖਿਆਲ ਆ ਕਿ ਸਾਡੇ ਜਿੰਨੇ ਵੀ ਲੋਕ ਸਾਡੇ ਪ੍ਰਵਾਸੀ ਭਾਰਤੀ ਨੇ ਨਾਰੀ ਵੀਰ, ਔਰ ਉਹਦੇ ਨਾਲ ਜਿਹੜੇ ਸਾਡੇ ਇੰਡੀਆ 'ਚ ਬੈਠੇ ਨੇ, ਏਸ਼ੀਅਨ ਕੰਟਰੀ ਦੇ ਵਿੱਚ ਬੈਠੇ ਨੇ ਲੋਕ, ਉਹਨਾਂ ਨੂੰ ਇੱਕ ਬਹੁਤ ਵੱਡਾ ਇਹ ਮਾਣ ਵਾਲੀ ਗੱਲ ਹੈ, ਖੁਸ਼ੀ ਵਾਲੀ ਗੱਲ ਹੈ। ਔਰ ਤੁਸੀਂ ਇਹ ਖਬਰ ਜਿਹੜੀ ਲਈ ਇਹਦੇ ਨਾਲ ਸਾਡੇ ਪ੍ਰੋਗਰਾਮ ਦਾ ਮੂੰਹ ਮੱਥਾ ਤਾਂ ਅੱਛਾ ਬਣਦਾ ਹੀ ਹੈ, ਜਿਹਦੇ ਵਿੱਚ ਇਸ ਚੈਨਲ ਦੀ ਨੁਹਾਰ ਬਣਦੀ ਹੈ, ਕਿਉਂਕਿ ਅਸੀਂ ਭਾਰਤ ਦੇ ਵਸਨੀਕ ਹਾਂ ਸਾਰੇ, ਅਤੇ ਸਾਨੂੰ ਉਹਦਾ ਮਾਣ ਹੋ ਜਾਂਦਾ ਕਿ ਸਾਡੇ ਵਸਨੀਕ, ਸਾਡੇ ਇੱਥੋਂ ਦੇ ਭਾਰਤੀ ਕਿੱਥੇ ਪਹੁੰਚੇ ਨੇ। ਜਿਸ ਤਰ੍ਹਾਂ ਇੰਗਲੈਂਡ ਦੇ ਰਿਸ਼ੀ ਸੁਨਕ ਜੀ ਉੱਥੇ ਬੈਠੇ ਨੇ ਇਸ ਵੇਲੇ ਪ੍ਰਧਾਨ ਮੰਤਰੀ ਦੀ ਉਪਾਧੀ 'ਤੇ, ਔਰ ਕਮਲਾ ਹੈਰਿਸ ਨੇ, ਔਰ ਉਹਦੇ ਵਿੱਚ ਜਿੱਦਾਂ ਆਪਾਂ ਤਰਨਤਾਰਨ ਤੋਂ ਇੱਕ ਕੁੜੀ ਸੀ ਰੰਧਾਵਾ, ਮਿਸਿਸ ਰੰਧਾਵਾ, ਉਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀ। ਔਰ ਸਾਡਾ ਮੱਥਾ ਉਸ ਵੇਲੇ ਖਿੜ ਜਾਂਦਾ, ਔਰ ਅਸੀਂ ਉਸ ਵੇਲੇ ਬਾਗੋ ਬਾਗ ਹੋ ਜਾਂਦੇ। ਇਸ ਕਰਕੇ ਖੰਨਾ ਜੀ ਕਿ ਭਾਰਤੀ ਹੋਣ ਦੇ ਨਾਤੇ ਜਿਹੜੇ ਲੋਕ, ਅਸੀਂ ਤਾਂ ਜਾਂਦੇ ਉੱਥੇ ਕਮਾਈ ਕਰਨ ਲਈ, ਕੰਮ ਕਰਨ ਲਈ ਜਾਂਦੇ ਹਾਂ, ਔਰ ਮਿਹਨਤ ਕਰਨ ਜਾਂਦੇ ਹਾਂ, ਪਰ ਜਦੋਂ ਅਸੀਂ ਇੱਦਾਂ ਦੀਆਂ ਉਪਾਧੀਆਂ ਲੈ ਲੈਂਦੇ ਹਾਂ, ਜਦੋਂ ਇੱਦਾਂ ਦੀ ਯੋਗਤਾ ਆ ਜਾਂਦੀ ਹੈ,
ਉਦੋਂ ਸਾਡੇ ਬੱਚਿਆਂ ਨੂੰ ਇਸ ਚੀਜ਼ ਤੋਂ ਲੈਸਨ ਲੈਣਾ ਚਾਹੀਦਾ ਕਿ ਅਸੀਂ ਵੀ ਉਸੇ ਦੇਸ਼ ਦੇ ਵਸਨੀਕ ਹਾਂ। ਜਿਹੜੇ ਸਾਡੇ ਪੂਰਵਜ ਨੇ, ਸਾਡੇ ਅੱਗੇ ਵੱਡੀ ਉਮਰ ਦੇ ਲੋਕ ਨੇ, ਉਹ ਵੱਡੀਆਂ ਵੱਡੀਆਂ ਉਪਾਧੀਆਂ 'ਤੇ ਬੈਠ ਗਏ ਤਾਂ ਅਸੀਂ ਕਿਤੋਂ ਪਿੱਛੇ ਰਹਾਂਗੇ। ਇਹ ਗੱਲ ਅੱਛੀ ਹੈ। ਕਈ ਵਾਰੀ ਅਸੀਂ ਉਹਨਾਂ ਅਮਰੀਕਾ ਦੇ ਅਤੇ ਕੈਨੇਡਾ ਦੇ ਵਿੱਚ ਜਿਹੜੇ ਰਾਜਨੀਤੀ ਦੇ ਵਿੱਚ ਆਏ ਨੇ, ਜਿਹਦੇ ਵਿੱਚ ਕੋਈ ਡਿਫੈਂਸ ਮਿਨਿਸਟਰ ਵੀ ਰਿਹਾ ਸੱਜਣ ਸਿੰਘ ਜੀ, ਔਰ ਉਸ ਤੋਂ ਨਾਲ ਮੈਂਬਰ ਪਾਰਲੀਮੈਂਟ ਵੀ ਨੇ, ਮੰਤਰੀ ਵੀ ਬਹੁਤ ਨੇ ਕੈਨੇਡਾ ਦੀ ਧਰਤੀ 'ਤੇ। ਔਰ ਇਸੇ ਤਰ੍ਹਾਂ ਹੀ ਅਮਰੀਕਾ 'ਚ ਵੀ ਹੈ। ਦੋ ਵੱਡੀਆਂ ਕੰਟਰੀਆਂ ਵਿੱਚ ਜਦੋਂ ਇੰਡੀਆ ਡੋਮੀਨੇਟ ਕਰਦਾ ਔਰ ਇੰਡੀਅਨ ਜਿਹੜੇ ਨੇ ਉੱਥੋਂ ਤੱਕ ਪਹੁੰਚ ਜਾਂਦੇ ਆ, ਔਰ ਉਹਦੇ ਲਈ ਸਾਡੇ ਵਸਨੀਕਾਂ ਦਾ, ਭਾਰਤੀਆਂ ਦਾ ਔਰ ਏਸ਼ੀਅਨ ਕੰਟਰੀ ਦੇ ਲੋਕ ਜਿੰਨੇ ਵੀ ਨੇ, ਉਹਨਾਂ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਇਸ ਕਰਕੇ ਹੁੰਦਾ ਕਿ ਅਸੀਂ ਇੱਕ ਛੋਟੇ ਜਿਹੇ ਗਰੀਬ ਦੇਸ਼ ਦੇ ਰਹਿਣ ਵਾਲੇ ਹਾਂ ਔਰ ਉਹ ਦੇਸ਼ ਸੁਪਰ ਡੁਪਰ ਦੇਸ਼ ਨੇ, ਔਰ ਉਹਨਾਂ ਦੇ ਵਿੱਚ ਅਸੀਂ ਜੇ ਇਸ ਤਰ੍ਹਾਂ ਦੀ ਵਰਲਡ ਦੀ ਪ੍ਰੋਮੀਨੈਂਟ ਜਿਹੜੀ ਆ ਸਟੇਟਸ ਵਾਲੀ ਉਪਾਧੀ ਆ ਜਾਂ ਜਿਹੜੀ ਨੌਕਰੀ ਆ, ਉਹਦੇ ਵਿੱਚ ਅਸੀਂ ਮੋਹਰਲੀ ਕਤਾਰ ਵਿੱਚ ਖੜੇ ਹੋ ਜਾਂਦੇ ਹਾਂ। ਔਰ ਸਾਨੂੰ ਇਹ ਸਾਰਿਆਂ ਨੂੰ ਇਹ ਸੁਚੱਜੇ ਤਰੀਕੇ ਨਾਲ ਸੋਚਣਾ ਚਾਹੀਦਾ ਔਰ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਇਹਨਾਂ ਦੀ ਹਿਸਟਰੀ ਬਾਰੇ, ਇਹਨਾਂ ਦੇ ਜੋ ਕੁਛ ਇਹਨਾਂ ਨੇ ਮਾਣਿਆ ਪੰਜਾਬ ਵਿੱਚ, ਜਿੱਥੇ ਪੜ੍ਹੇ ਲਿਖੇ ਆ ਉਹਨਾਂ ਦੇ ਬਾਰੇ ਦੱਸਣਾ ਚਾਹੀਦਾ। ਖਾਸ ਕਰਕੇ ਮੀਡੀਆ ਰਾਹੀਂ, ਅਖਬਾਰਾਂ ਰਾਹੀਂ ਇਹਨਾਂ ਦੇ ਬਾਰੇ ਹੁਣੇ ਇਹਨਾਂ ਦੇ ਬਾਰੇ ਕੁਝ ਜਿਹੜੀਆਂ ਰੈਗੂਲਰ ਪ੍ਰੈਸ ਨੇ ਪੰਜਾਬ ਦੀਆਂ, ਜਲੰਧਰ ਤੋਂ ਛਪਦੀਆਂ, ਅਸ਼ੋਕ ਭਾਰਾ ਜੀ ਨੇ ਇਹਨਾਂ ਦੇ ਬਾਰੇ ਲਿਖਿਆ ਸੀਗਾ ਅਖਬਾਰ ਅਜੀਤ 'ਚ ਵੀ ਔਰ ਬਾਕੀ ਅਖਬਾਰਾਂ 'ਚ ਵੀ ਆ ਗਿਆ। ਕਿਉਂਕਿ ਜਿਹੜੇ ਲੋਕ ਉੱਥੇ ਬੈਠੇ ਨੇ, ਜਿਹੜੇ ਇਹਨਾਂ ਨੂੰ ਨਿੱਜੀ ਤੌਰ 'ਤੇ ਜਾਣਦੇ, ਉਹਨਾਂ ਨੂੰ ਪਤਾ ਕਿ ਇਹਦੇ ਨਾਲ ਲਿਖਣ ਵਾਲੇ ਦਾ ਵੀ ਸਿਰ ਉੱਚਾ ਹੋਊਗਾ, ਜਿਹਦੇ ਬਾਰੇ ਅਸੀਂ ਸ਼ਖਸੀਅਤ ਬਾਰੇ ਲਿਖ ਰਹੇ ਹਾਂ, ਜੋ ਹਸਤੀ ਬਾਰੇ ਦੱਸ ਰਹੇ ਹਾਂ, ਉਹਨਾਂ ਦਾ ਤਾਂ ਸਿਰ ਉੱਚਾ ਹੈ ਹੀ ਆ। ਮਾਣ ਨਾਲ ਲੋਕਾਂ ਨੂੰ ਪਤਾ ਲੱਗਦਾ ਕਿ ਕਿੱਥੇ ਜਾ ਕੇ ਪਹੁੰਚੇ ਆ। ਔਰ ਮੇਰਾ ਖਿਆਲ ਹੈ ਕਿ ਇਹਦੇ ਨਾਲ ਇੰਡੀਆ ਨੂੰ ਜਿਹੜਾ ਕੁਝ ਮਿਲਣ ਵਾਲਾ ਉਹ ਇਹ ਹੈਗਾ ਕਿ ਸਾਡਾ ਨਾਤਾ, ਸਾਡਾ ਜੋ ਰਿਸ਼ਤਾ ਉਹਨਾਂ ਨਾਲ, ਵਪਾਰਕ ਸਾਂਝ ਹੈ, ਜੋ ਸਾਡਾ ਸਟੇਟਸ ਹੈ, ਉਹਨੂੰ ਬਹੁਤ ਬੜਾਵਾ ਮਿਲੇਗਾ। ਬਹੁਤ ਅੱਗੇ ਜਾ ਕੇ ਅਸੀਂ ਖਲੋਵਾਂਗੇ ਉਹਨਾਂ ਕਤਾਰਾਂ ਦੇ ਵਿੱਚ। ਔਰ ਮੇਰਾ ਖਿਆਲ ਹੈ ਇੰਡੀਆ 'ਚ ਵੀ ਚੱਕਰ ਲਾਉਣਗੇ ਜਦੋਂ, ਕਿਉਂਕਿ ਏਸ਼ੀਅਨ ਕੰਟਰੀ 'ਚ ਆ ਰਹੇ ਔਰ ਉਹਦੇ ਨਾਲ ਪਾਕਿਸਤਾਨ ਨਾਲ ਦੇ ਲੱਗਦੇ ਜਿਹੜੇ ਦੇਸ਼ ਨੇ, ਬੰਗਲਾਦੇਸ਼ 'ਚ ਵੀ ਜਾਣਗੇ, ਨੇਪਾਲ 'ਚ ਵੀ ਜਾਣਗੇ। ਉਹਨਾਂ ਨੇ ਵੈਸੇ ਕਹਿ ਦਿੱਤਾ ਕਿ ਜਿਹੜੇ ਗਰੀਬ ਦੇਸ਼ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੀ ਪ੍ਰੋਬਲਮ ਆ, ਕਿੱਥੋਂ ਕਿੱਥੋਂ ਜਾਣਾ, ਕਿੱਥੇ ਗਰੋਥ ਹੋ ਸਕਦੀ ਹੈ, ਵਿਕਾਸ ਕਿਵੇਂ ਹੋ ਸਕਦਾ। ਕਿੰਨੀ ਅੱਛੀ ਗੱਲ ਹੈਗੀ ਹੈ ਕਿ ਜਿਨ੍ਹਾਂ ਦਾ ਹੁਣੇ ਧਿਆਨ, ਜਦੋਂ ਉਹਨਾਂ ਨੇ ਅੱਜ ਗੱਦੀ 'ਤੇ ਬੈਠੇ ਹੀ ਆ, ਜੇ ਸੀਟ 'ਤੇ ਬੈਠੇ ਹੀ ਆ, ਔਰ ਇਹਨਾਂ ਦਾ ਧਿਆਨ ਸਿਰਫ ਵਿਸ਼ਵ ਵੱਲ ਪੂਰੇ ਚਲੇ ਗਿਆ ਕਿ ਜਿੰਨੇ ਵਿਕਾਸਸ਼ੀਲ ਦੇਸ਼ ਨੇ ਉਹਨਾਂ ਨਾਲ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਸੁਣਾਂਗੇ। ਉਹਨਾਂ ਸਮੱਸਿਆਵਾਂ ਨਾਲ ਦੋ ਚਾਰ ਹੋ ਰਹੇ ਨੇ ਲੋਕ, ਉਹਨਾਂ ਨੂੰ ਅਸੀਂ ਬਿਲਕੁਲ ਸੁਣ ਕੇ ਪਤਾ ਕਰਕੇ ਤੁਹਾਨੂੰ ਦੱਸਾਂਗੇ ਕਿ ਤੁਸੀਂ ਅੱਗੇ ਵਧੋ, ਤੁਹਾਨੂੰ ਕੀ ਪ੍ਰੋਬਲਮ ਆ, ਅਸੀਂ ਉਹਨੂੰ ਸੋਲਵ ਕਰਾਂਗੇ, ਹੱਲ ਕਰਾਂਗੇ। ਐਕਚੁਅਲੀ ਕੀ ਹੈ ਕਿ ਜਿਹੜੀ ਗਰੀਬੀ ਦੂਰ ਕਰਨ ਦੀ ਗੱਲ ਹੋ ਰਹੀ ਹੈ ਨਾ ਬਲਕਾਰ ਜੀ, ਪੂਰੀ ਦੁਨੀਆ ਦਾ ਸਟਰਕਚਰ ਇੱਦਾਂ ਦਾ ਬਣਿਆ ਹੋਇਆ ਕਿ ਇਹਦੇ ਵਿੱਚੋਂ ਨਿਕਲਣਾ ਸਹੀ ਗੱਲ ਬੜਾ ਅਜੀਬ ਹੈ। ਔਰ ਇਹ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ, ਕਿਉਂਕਿ ਪਹਿਲਾਂ ਵੀ ਕਈ ਲੋਕਾਂ ਨੇ ਕੋਸ਼ਿਸ਼ ਕੀਤੀ। ਇਹ ਜਿਹੜਾ ਗਲਬਾ ਹੈ ਨਾ ਕਾਰਪੋਰੇਸ਼ਨਸ ਦਾ, ਹਰ ਦੇਸ਼ ਦੇ ਵਿੱਚ ਹੈ। ਉਹਨਾਂ ਨੇ ਗਵਰਨਮੈਂਟਸ ਨੂੰ ਇੱਦਾਂ ਦਾ ਗਲਬਾ ਪਾਇਆ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਆਪਣੇ ਲਈ ਖਿੱਚਣਾ ਚਾਹੁੰਦੇ ਨੇ ਔਰ ਘੱਟ ਤੋਂ ਘੱਟ ਦੂਜੇ ਨੂੰ ਦੇਣਾ ਚਾਹੁੰਦੇ ਨੇ, ਨਿੱਜੀ ਸਵਾਰਥ। ਤੇ ਉਹਦੇ ਵਿੱਚ ਇਹ ਐਡਾ ਤਗੜਾ ਨੈਟਵਰਕ ਹੈ ਪੂਰੀ ਦੁਨੀਆ ਦਾ, ਇੰਡੀਆ ਵਿੱਚ ਵੀ ਹੈ, ਹਰ ਦੇਸ਼ ਦੇ ਵਿੱਚ। ਉਹ 'ਚੋਂ ਨਿਕਲਣਾ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਲੱਗਦੀ, ਕਿਉਂਕਿ ਸਭ ਨੂੰ ਜ਼ੋਰ ਲਾਉਣਾ ਪਏਗਾ। ਦੂਸਰਾ, ਜਲਵਾਯੂ ਪਰਿਵਰਤਨ। ਹਮੇਸ਼ਾ ਮੀਟਿੰਗਸ ਹੁੰਦੀਆਂ ਨੇ ਕਿ ਬਿਜ਼ਨਸ ਨੂੰ ਤੁਸੀਂ ਇੱਕ ਲਿਮਿਟ ਦਿਓ, ਫੈਕਟਰੀਜ਼ ਨੂੰ ਜਿਹੜਾ ਧੂੰਆਂ ਨਿਕਲਦਾ ਫੈਕਟਰੀਜ਼ 'ਚੋਂ, ਜਿਹੜੇ ਜਲਵਾਯੂ ਨੂੰ ਡੈਮੇਜ ਕਰਨ ਵਾਲੀਆਂ ਕੈਮੀਕਲਸ ਨੇ ਉਹਨਾਂ ਨੂੰ, ਚਾਹੇ ਚੀਨ ਹੈ, ਭਾਵੇਂ ਅਮਰੀਕਾ ਹੈ, ਭਾਵੇਂ ਕੋਈ ਵੀ ਯੂਰਪੀਅਨ ਕੰਟਰੀ ਕਿਤੇ ਵੀ ਹੈ, ਜਲਵਾਯੂ ਨੂੰ ਜਿਹੜੀ ਚੀਜ਼ ਖਰਾਬ ਕਰਦੀ ਉਸ ਬਿਜ਼ਨਸ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਹਮੇਸ਼ਾ ਵੱਡੀਆਂ ਵੱਡੀਆਂ ਸੈਮੀਨਾਰਸ, ਵੱਡੀਆਂ ਵੱਡੀਆਂ ਮੀਟਿੰਗਸ ਪੂਰੇ ਵਰਲਡ 'ਚ ਹੁੰਦੀਆਂ ਨੇ ਔਰ ਵੱਡੇ ਵੱਡੇ ਲਾਜ਼ ਪਾਸ ਕੀਤੇ ਜਾਂਦੇ ਨੇ, ਇਮੋਸ਼ਨਲ ਲੈਕਚਰਸ ਦਿੱਤੇ ਜਾਂਦੇ ਨੇ, ਪਰ ਪ੍ਰੈਕਟੀਕਲੀ ਕੁਝ ਨਹੀਂ ਕੀਤਾ ਜਾਂਦਾ। ਪ੍ਰੈਕਟੀਕਲੀ ਫਿਰ ਬਿਜ਼ਨਸ ਦੇ ਪ੍ਰੋਫਿਟ ਨੂੰ ਲੈ ਕੇ ਤੁਰਿਆ ਜਾਂਦਾ ਹੈ ਔਰ ਜਲਵਾਯੂ ਨੂੰ ਨੁਕਸਾਨ ਪਹੁੰਚਣ ਦਿਓ। ਇਹ ਪੂਰੀ ਦੁਨੀਆ ਦੇ ਵਿੱਚ ਇਹੀ ਵਤੀਰਾ ਚੱਲਦਾ ਪਿਆ, ਸਾਡੇ ਭਾਰਤ ਵਿੱਚ ਵੀ ਇਹੀ ਕੁਝ ਚੱਲਦਾ ਪਿਆ। ਸੋ ਇਸ ਮਾਹੌਲ ਦੇ ਵਿੱਚ ਔਰ ਇਹਨਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਜੇ ਇਸ ਸੋਚ ਨੂੰ ਲੈ ਕੇ ਚੱਲੇ ਨੇ, ਕਿਉਂਕਿ ਜਦੋਂ ਤੱਕ ਸਭ ਦਾ ਸਾਥ ਨਾ ਮਿਲੇ ਉਦੋਂ ਤੱਕ ਇਹ ਕੰਮ ਨਹੀਂ ਹੋ ਸਕਦਾ। ਭਾਵੇਂ ਤੁਸੀਂ ਕਿੱਡੀ ਮਰਜ਼ੀ ਵੱਡੀ ਪੋਸਟ 'ਤੇ ਬੈਠੇ ਹੋ, ਕਿੱਡੀ ਵੱਡੀ ਅਹੁਦੇ ਦੇ ਤੁਸੀਂ ਸੰਭਾਲਦੇ ਹੋ, ਪਰ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਪਰ ਜਦੋਂ ਪ੍ਰਪੋਜ਼ ਕਰਦਾ ਨਾ ਬੰਦਾ, ਯਤਨਸ਼ੀਲ ਹੁੰਦਾ, ਜਦੋਂ ਤੁਰਦਾ ਉਹਦੇ ਨਾਲ ਲਾਮ ਲਸ਼ਕਰ ਚੱਲ ਜਾਂਦਾ। ਬਿਲਕੁਲ ਮਾੜੀ ਗੱਲ ਨਹੀਂ ਹੈ, ਪਰ ਜਿਹੜੇ ਲੋਕ ਉਹ ਹੈ ਨਾ ਮਜ਼ਬੂਤ ਨੈਟਵਰਕ ਵਾਲੇ, ਜਿਹੜੇ ਉੱਤੇ ਬੈਠੇ ਨੇ ਬੜੇ ਤਾਕਤਵਰ ਲੋਕ, ਉਹਨਾਂ ਦਾ ਜਿਹੜਾ ਨੈਟਵਰਕ ਹੈ ਨਾ ਬਹੁਤ ਸਟਰੋਂਗ ਹੈ ਬਲਕਾਰ ਜੀ। ਔਰ ਕਈ ਲੋਕ ਕਈ ਦਹਾਕਿਆਂ ਤੋਂ ਕੋਸ਼ਿਸ਼ਾਂ ਕਰਦੇ ਪਏ ਨੇ ਪਰ ਇਹਨਾਂ ਨੂੰ ਹਿਲਾ ਨਹੀਂ ਸਕਦੇ ਪਏ। ਪਰ ਇਹ ਚੰਗਾ ਹੋਏਗਾ ਜੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇੱਦਾਂ ਦਾ ਕੰਮ ਕਰਨ 'ਚ ਸਫਲ ਹੁੰਦੇ ਨੇ ਤਾਂ ਸਾਡੀਆਂ ਸ਼ੁਭ ਇੱਛਾਵਾਂ ਇਹਨਾਂ ਦੇ ਨਾਲ ਨੇ। ਗਰੀਬੀ ਵੀ ਦੂਰ ਕਰੋ ਔਰ
ਵਾਤਾਵਰਣ ਨੂੰ, ਪਰਿਆਵਰਣ ਨੂੰ ਵੀ ਸੰਭਾਲੋ। ਬਹੁਤ ਵਧੀਆ ਗੱਲ ਹੈ। ਜਿੱਥੇ ਸਾਡੇ ਲਾਇਕ ਕੰਮ ਹੋਏਗਾ ਸਾਰੇ ਦੇਸ਼ ਦੇ ਨਾਗਰਿਕਾਂ ਦੇ ਜਾਂ ਸਾਰੀ ਦੁਨੀਆ ਦੇ ਨਾਗਰਿਕਾਂ ਲਈ, ਜਿੱਥੇ ਸਾਡੇ ਲਾਇਕ ਕੰਮ ਹੋਏਗਾ ਅਸੀਂ ਨਾਲ ਖੜੇ ਹਾਂ। ਪਰ ਵੈਸੇ ਇਹ ਹੁਣ ਦਿੱਲੀ ਤੋਂ ਨਹੀਂ ਨਾ ਬੋਲਦੇ, ਇਹ ਦਿੱਲੀ ਤੋਂ ਨਹੀਂ ਬੋਲੇ ਤੇ ਨਾ ਇਹ ਬੰਗਲਾਦੇਸ਼ ਤੋਂ ਬੋਲੇ ਆ, ਇਹ ਅਮਰੀਕਾ ਦੀ ਧਰਤੀ ਤੋਂ ਬੋਲੇ। ਇਹਨਾਂ ਕੋਲ ਪਤਾ ਪਾਵਰ ਹੈਗੀ ਆ। ਜਿਸ ਜਗ੍ਹਾ ਤੋਂ, ਜਿੱਥੇ ਪਾਵਰਫੁਲ ਕੰਟਰੀ ਹੈ, ਜੇ ਉਸ ਨੂੰ ਨੋਮੀਨੇਟ ਕਰ ਰਹੇ ਆ, ਜਿਸ 'ਚ ਇਹਨਾਂ ਨੇ ਨਿਯੁਕਤੀ ਲਈ ਹੈ, ਤਾਂ ਉਹਦੇ ਨਾਲ ਇਹਨਾਂ ਦੇ ਨਾਲ ਦੇਖੋ ਕੈਸਾ ਚੱਲਣਗੇ, ਕਿਉਂਕਿ ਉੱਥੇ ਪੈਸੇ ਦੀ ਤਾਂ ਘਾਟ ਨਹੀਂ। ਜਦੋਂ ਇਹਨਾਂ ਨੇ ਪ੍ਰਪੋਜ਼ਲ ਬਣਾ ਲਿਆ, ਜਦੋਂ ਸਕੀਮਾਂ ਬਣਾ ਲਈਆਂ, ਜਦੋਂ 'ਚ ਕੁਛ ਹੈਗਾ, ਪਰ ਘੱਟੋ ਘੱਟ ਇਹਨਾਂ ਨੇ ਇੱਕ ਕਦਮ ਤਾਂ ਪੁੱਟਿਆ ਅੱਗੇ, ਉਹਦੇ ਨਾਲ ਬਾਕੀ ਜਿਹੜੇ ਕਦਮ ਆ ਉਹ ਵੀ ਹੋਰ ਵੀ ਪੁੱਟੇ ਜਾਣਗੇ। ਜਦੋਂ ਕਿਸੇ ਚੀਜ਼ ਦਾ ਕੋਈ ਸਲੋਗਨ ਹੁੰਦਾ, ਨਾਰਾ ਲੱਗਦਾ, ਸੁਭਾਸ਼ ਚੰਦਰ ਬੋਸ ਨੇ ਪੂਰੀ ਦੁਨੀਆ ਹੀ ਹਿਲਾਤੀ ਸੀ, ਇਕੱਲਾ ਬੰਦਾ ਸੀ। ਉਸ ਤੋਂ ਬਾਅਦ ਦੇਖੋ ਗਿਆ ਜੈ ਹਿੰਦ ਦਾ ਨਾਰਾ ਕਿੱਥੋਂ ਤੱਕ ਗੂੰਜਿਆ, ਇਨਕਲਾਬ ਦਾ ਭਗਤ ਸਿੰਘ ਹੋਰਾਂ ਨੇ ਇਕੱਲਿਆਂ ਨੇ ਕੀ ਕੁਛ ਕਰਤਾ। ਜਦੋਂ ਬੰਦਾ ਚਾਹਵੇ ਤਾਂ ਇਕੱਲਾ ਹੀ ਬੜਾ ਕੁਛ ਕਰ ਦਿੰਦਾ। ਠੀਕ ਹੈ, ਬਿਲਕੁਲ ਠੀਕ ਹੈ। ਅਸੀਂ ਇੱਕ ਨਾ ਉਹ ਉਰਦੂ ਦਾ ਸ਼ੇਰ ਹੈ, ਬੜਾ ਪਿਆਰਾ ਲੱਗਦਾ ਹੈ ਇਸ ਮੌਕੇ ਦੇ ਉੱਤੇ ਕਿ ਨਿਜ਼ਾਮੇ ਚਮਨ ਸੌਂਪਾ ਹੈ ਤੇਰੇ ਹਾਥੋਂ ਮੇਂ, ਖੁਦਾ ਕਰੇ ਤੇਰਾ ਕਾਂਟੋਂ ਪੇ ਇਖਤਿਆਰ ਚਲੇ। ਸੋ ਜਿਹੜੇ ਲੋਕ ਅੜਚਨ ਪਾਉਣਗੇ ਕੰਮਾਂ ਦੇ ਵਿੱਚ, ਉਹ ਤੇਰੇ ਕਾਬੂ 'ਚ ਆਉਣ ਤੇ ਤੂੰ ਆਪਣੇ ਕੰਮਾਂ 'ਚ ਸਫਲ ਹੋਵੇਂ। ਅਸੀਂ ਤੇ ਆਗਾਜ਼ ਤਾਂ ਅੱਛਾ ਹੈ ਨਾ, ਸ਼ੁਰੂਆਤ ਤਾਂ ਅੱਛੀ ਹੈ। ਜਦੋਂ ਇਹਨਾਂ ਨੇ ਬੋਲਿਆ ਸ਼ੁਭ ਇੱਛਾਵਾਂ ਦੇ ਸਕਦੇ ਹਾਂ, ਪੋਜ਼ਿਟਿਵ ਗੱਲ ਕੀਤੀ। ਜੇ ਕਹਿਣਾ ਵੀ ਮੇਰੇ ਹੱਥ ਕੁਝ ਨਹੀਂ ਗਾ, ਜੋ ਕੁਝ ਹੋ ਰਿਹਾ ਚੱਲੀ, ਨਹੀਂ, ਉਹ ਕਹਿਣੀ ਵੀ ਨਹੀਂ ਚਾਹੀਦੀ, ਉਹ ਕਹਿਣੀ ਵੀ ਨਹੀਂ ਚਾਹੀਦੀ, ਸ਼ੋਭਾ ਵੀ ਨਹੀਂ ਦਿੰਦੀ ਐਡੇ ਵੱਡੇ ਅਹੁਦੇ ਤੇ ਬੈਠੇ ਬੰਦੇ ਨੂੰ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਹੈ ਕਿ ਜਿਹੜੀਆਂ ਕੇਂਦਰੀ ਜਾਂਚ ਏਜੰਸੀਆਂ ਨੇ, ਉਹਨਾਂ ਦੀ ਦੁਰਵਰਤੋਂ ਖਿਲਾਫ ਵਿਰੋਧੀ ਪਾਰਟੀਆਂ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਖੱਤ ਲਿਖਿਆ ਹੈ ਕਿ ਇਹ ਏਜੰਸੀਆਂ, ਈਡੀ, ਆਈਟੀ, ਇਹ ਵਿਰੋਧੀ ਧਿਰਾਂ ਦੇ ਖਿਲਾਫ ਜਿਹੜੀਆਂ ਲਗਾਈ ਜਾ ਰਹੀਆਂ ਨੇ, ਇਹਦੇ ਨਾਲ ਲੋਕਤੰਤਰ ਦਾ ਕਾਣ ਹੋ ਰਿਹਾ ਹੈ ਔਰ ਦੇਸ਼ ਜਿਹੜਾ ਹੈ ਉਹ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਵੱਧਦਾ ਪਿਆ। ਇਹ ਪੱਤਰ ਲਿਖ ਕੇ ਭੇਜਿਆ ਉਹਨਾਂ ਨੇ। ਹਾਂ, ਕਿਉਂਕਿ ਇਸ ਵੇਲੇ ਜਿੱਥੋਂ ਤੱਕ ਜਿਹੜੀ ਸਥਿਤੀ ਪਹੁੰਚੀ ਹੈ, ਇਹ ਅਸੀਂ ਮੀਡੀਆ ਰਾਹੀਂ ਵੀ ਦੇਖਦੇ ਰਹੇ ਹਾਂ ਔਰ ਅਖਬਾਰਾਂ 'ਚ ਵੀ ਪੜ੍ਹ ਰਹੇ ਹਾਂ ਕਿ ਰੋਜ਼ ਦਿਹਾੜੀ ਕੁਛ ਨਾ ਕੁਛ ਹਰ ਪਾਰਟੀ 'ਤੇ, ਹਰ ਨੁਮਾਇੰਦੇ 'ਤੇ, ਹਰ ਮੰਤਰੀ 'ਤੇ ਕੁਛ ਨਾ ਕੁਛ ਚਿੱਕੜ ਉਛਾਲਿਆ ਜਾਂਦਾ ਔਰ ਕਈ ਫੜੇ ਵੀ ਗਏ, ਕੋਈ ਅੰਦਰ ਵੀ ਹੋ ਗਿਆ, ਕਿ ਕੁਛ ਤਰ੍ਹਾਂ ਹੋਈ ਆ ਔਰ ਕਈਆਂ 'ਤੇ ਪੜਚੋਲ ਹੀ ਰਹੀ ਆ, ਕੁਛ ਪੜਤਾਲ ਹੀ ਰਹੀ ਆ। ਜਿਸ ਤਰ੍ਹਾਂ ਰਾਹੁਲ ਗਾਂਧੀ 'ਤੇ ਰਿਹਾ, ਉਹਦੇ ਮਦਰ 'ਤੇ ਸੋਨੀਆ ਗਾਂਧੀ 'ਤੇ ਰਿਹਾ, ਉਸ ਤੋਂ ਬਾਅਦ ਕੇਜਰੀਵਾਲ ਦਾ ਜਿਹੜਾ ਗਰੁੱਪ ਉਹਦੇ 'ਤੇ ਰਿਹਾ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੇ ਈਡੀ ਔਰ ਵਿਜੀਲੈਂਸ ਏਜੰਸੀਆਂ ਨੇ ਜਾਂ ਜਿਹੜੇ CBI ਹੈ, ਇਹ ਖਾਸ ਤੌਰ 'ਤੇ ਇਹਦੇ ਲਈ ਸਤਰਕ ਹੋ ਜਾਂਦੀ ਹੈ ਔਰ ਉਦੋਂ ਹੁੰਦੀ ਹੈ ਜਦੋਂ ਪਾਰਟੀ ਕੋਈ ਦੂਜੀ ਆਪੋਜੀਸ਼ਨ ਬੈਠੀ ਹੁੰਦੀ ਹੈ, ਉਹ ਸਿਰਫ ਆਪਣੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਨਹੀਂ ਛੇੜਦੀ, ਆਪੋਜੀਸ਼ਨ ਵਾਲੇ ਉਹਨਾਂ ਦਾ ਹੱਥ ਵੱਧਦਾ, ਉੱਥੇ ਪੁੱਛ ਪੜਤਾਲ ਚੱਲਦੀ ਆ। ਹੁਣ ਤੱਕ ਇਹਨੇ ਜਿਹੜੇ ਦੋਸ਼ ਮੜੇ ਗਏ ਇਹਨਾਂ ਪਾਰਟੀਆਂ 'ਤੇ ਔਰ ਇਹਨਾਂ ਵਿੱਚ ਕਈ ਨੁਮਾਇੰਦੇ ਅੰਦਰ ਵੀ ਹੋਏ ਆ, ਉਹਦੇ ਵਿੱਚ ਇਹਨਾਂ ਦੀਆਂ ਨੀਤੀਆਂ 'ਤੇ ਗਲਤ ਨੀਤੀਆਂ ਅਪਣਾ ਲਈਆਂ, ਉਹਦੇ 'ਚ ਤੁਸੀਂ ਆਬਕਾਰੀ ਨੂੰ ਇਹ ਕਰ ਦਿੱਤਾ, ਜਿਸ 'ਚ ਹੁਣ ਸਿਸੋਦੀਆ ਜੀ ਵੀ ਅੱਜ ਜੇਲ੍ਹ 'ਚ ਆ, ਉਹਨਾਂ ਦਾ ਵੀ ਉੱਥੇ ਚਲੇ ਗਿਆ। ਪਰ ਜਿਹੜੇ ਪੋਲੀਟੀਕਲ ਨੇਤਾ ਨੇ, ਇਹ ਖਾਸਮ ਖਾਸ 1-2 ਦਿਨ ਹੀ ਰਹਿੰਦੇ ਆ, ਮੁੜ ਕੇ ਫਿਰ ਬਾਹਰ ਆ ਜਾਂਦੇ ਆ। ਅਜੇ ਤੱਕ ਜਦੋਂ ਵੀ ਵੇਖੋ ਕਿਸ ਵੀ ਪਾਰਟੀ ਦਾ ਨੇਤਾ ਕਿੱਥੇ ਪਹੁੰਚਿਆ, ਉਹਦੇ 'ਤੇ ਕੀ ਕੇਸ ਚੱਲਦਾ, ਕਿਹਨੂੰ ਫਾਂਸੀ ਹੋਈ ਹੈ ਅਤੇ ਕਿਹਨੂੰ ਉਹਦੇ 'ਤੇ ਉਮਰ ਕੈਦ ਹੋਈ ਹੈ, ਜੋ ਕੁਛ ਹੋਇਆ ਉਦੋਂ ਬਾਅਦ ਪੁੱਛ ਪੜਤਾਲ ਤੋਂ ਬਾਅਦ ਗਵਾਹੀਆਂ ਪੇਸ਼ ਨਹੀਂ ਹੁੰਦੀਆਂ, ਕੋਈ ਗਵਾਹ ਨਹੀਂ ਜਾਂਦਾ ਔਰ ਉਹ ਵਾਪਸ ਘਰ ਪਰਤ ਆਉਂਦੇ ਆ। ਔਰ ਇਹ ਸਾਡੇ ਦੇਸ਼ ਦੀ ਹਾਲਤ ਹੈ ਔਰ ਇਸੇ ਕਰਕੇ ਜਿਹੜੀਆਂ ਹੁਣ ਆਪੋਜੀਸ਼ਨ ਦੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਮੋਦੀ ਸਾਹਿਬ ਨੂੰ ਲੈਟਰ ਲਿਖਿਆ ਕਿ ਆਹ ਦੇਖ ਲਓ ਜੋ ਕੁਝ ਹੋਇਆ, ਮੈਮੋਰੰਡਮ ਨੂੰ ਯਾਦ ਪੱਤਰ ਲਿਖ ਕੇ ਭੇਜਿਆ ਕਿ ਆਹ ਦੇਖੋ ਜਿੰਨੇ ਹੁਣ ਤੱਕ ਗਏ ਆ, ਉਹਦੇ ਵਿੱਚ ਆਪੋਜੀਸ਼ਨ ਦੇ ਜਿਹੜੀਆਂ ਪਾਰਟੀਆਂ ਉਹ ਜ਼ਿਆਦਾ, ਵਿਰੋਧੀ ਪਾਰਟੀਆਂ ਦੇ ਲੋਕ ਜ਼ਿਆਦਾ ਗਏ। ਇਹ ਪਤਾ ਨਹੀਂ ਕਿੱਧਰ ਦਾ ਤਮਾਸ਼ਾ ਔਰ ਕਿੱਧਰ ਦੀਆਂ ਜਿਹੜੀਆਂ ਊਣਤਾਈਆਂ ਔਰ ਕਿੱਧਰ ਦੀਆਂ ਜਿਹੜੀਆਂ ਤਬਦੀਸ਼ ਹੁੰਦੀਆਂ ਗੱਲਾਂ ਹੁੰਦੀਆਂ। ਇੱਕ ਵਾਰੀ ਤਾਂ ਬੰਦੇ ਦੇ ਜਦੋਂ ਚੱਲ ਰਿਹਾ ਕੇਸ, ਉਦੋਂ ਪਤਾ ਲੱਗਦਾ ਤੇ ਧਾਰਾਂ ਆਹ ਮੜੀਆਂ ਗਈਆਂ, ਜਿਹੜੇ ਇੰਡੀਅਨ ਪੈਨਲ ਕੋਡ ਉਹਦੇ ਰਾਹੀਂ ਦੱਸ ਦਿੰਦੇ ਪਿਆ ਤੇ ਆਹ ਧਾਰਾਂ ਮੜੀਆਂ ਗਈਆਂ, ਹੋ ਗਿਆ ਤੇ ਦੋਸ਼ ਪੱਤਰ ਤੈਅ ਹੋ ਗਿਆ। ਉਹਨਾਂ ਪੜ੍ਹਿਆ ਜਾਂਦਾ, ਫਿਰ ਕਦੀ ਫਾਲੋ ਨਹੀਂ ਹੋਇਆ ਕਿ ਇਹ ਬੰਦਾ ਕਿੱਥੇ ਆਉਣ ਔਰ ਉਹਦੇ 'ਤੇ ਕੀ ਦੋਸ਼ ਲੱਗਣ ਤੋਂ ਬਾਅਦ ਇਹ ਵੈਰੀਫਾਈ ਹੋ ਗਿਆ, ਤਬਦੀਸ਼ ਪੂਰੀ ਹੋ ਗਈ ਹੈ। ਇਹ ਕਦੀ ਨਹੀਂ ਹੁੰਦਾ। ਅਖਬਾਰਾਂ ਉਦੋਂ ਤੱਕ ਲਿਖਦੀਆਂ ਜਦੋਂ ਦਿੱਲੀ ਜਾ ਕੇ ਉਹ ਤਬਦੀਸ਼ ਹੁੰਦੀ ਹੈ, ਬਹਿੰਦੇ ਆ, ਸਾਰਾ ਕੁਝ ਹੁੰਦਾ, ਫਿਰ ਕੋਈ ਕਨਕਲੂਜ਼ਨ ਨਹੀਂ ਹੁੰਦਾ ਕਿ ਬੰਦਾ ਨੂੰ ਕਿੰਨੀ ਸਜ਼ਾ ਹੋਈ ਆ, ਕਿੰਨੇ ਸਾਲ ਅੰਦਰ ਹੋਇਆ, ਉਮਰ ਕੈਦ ਹੋਈ ਆ ਕਿ ਇਹਨੂੰ 20 ਸਾਲ ਹੋਈ ਆ, ਕਦੋਂ ਅਪੀਲ ਹੋਣੀ ਆ, ਕਦੋਂ ਇਹਦੀ ਜਾਂਚਕਾਰ ਰੱਦ ਹੋਣੀ ਆ, ਇਹ ਕੁਝ ਨਹੀਂ ਪਤਾ ਹੁੰਦਾ। ਇਹ ਨਾ ਕੇਵਲ ਹਿੰਦੁਸਤਾਨ 'ਚ, ਪੰਜਾਬ 'ਚ ਹੀ ਬੜਾ ਕੁਝ ਹੋ ਰਿਹਾ, ਜਿਹਦੇ 'ਚ ਬਹੁਤ ਮੰਤਰੀ ਹੁਣ ਅੰਦਰ ਆ, ਉਹਦੇ ਵਿੱਚ ਕੋਈ ਜੰਗਲਾਤ ਮੰਤਰੀ ਆ, ਕੋਈ ਉਹਦੇ 'ਚ ਕੋਈ ਘੁਟਾਲਾ, ਫੂਡ ਐਂਡ ਸਪਲਾਈ ਦਾ ਘੁਟਾਲਾ, ਕਈ ਕੁਛ ਹੈਗਾ ਔਰ ਉਹਨਾਂ 'ਤੇ ਦੋਸ਼ ਹੋਏ ਆ। ਪਰ ਇਹ ਨਹੀਂ ਪਤਾ ਲੱਗਦਾ ਜਦੋਂ ਉਹ ਆਪ ਮੰਤਰੀ ਹੁੰਦੇ ਆ, ਜਦੋਂ ਉਹਨਾਂ ਦੀ ਸਰਕਾਰ ਹੁੰਦੀ ਆ, ਉਦੋਂ ਜਾਂਚ ਏਜੰਸੀਆਂ ਕਿੱਥੇ ਹੁੰਦੀਆਂ, ਉਦੋਂ ਉਹਨਾਂ ਦੇ ਅੰਡਰ ਕੰਮ ਕਰਦੀਆਂ ਨੇ, ਉਦੋਂ ਉਹਨਾਂ ਨੂੰ ਉਂਗਲ ਨਹੀਂ ਕਰ ਸਕਦੀਆਂ। ਜਦੋਂ ਗੱਦੀ ਤੋਂ ਲੱਥ ਜਾਂਦੇ ਆ, ਉਦੋਂ ਬਾਅਦ ਉਹਨਾਂ ਦੀ ਪੜਤਾਲ ਹੁੰਦੀ ਹੈ, ਫਿਰ ਸਾਰਾ ਕੁਝ ਹੁੰਦਾ। ਉਹ ਇਸ ਕਰਕੇ ਹੁੰਦਾ ਕਿ ਉਦੋਂ ਮੁੱਖ ਮੰਤਰੀ ਬਦਲਿਆ ਹੁੰਦਾ, ਉਹਦੇ 'ਚ ਗ੍ਰਹਿ ਮੰਤਰੀ ਬਦਲਿਆ ਹੁੰਦਾ, ਪੁਲਿਸ ਦਾ ਜਿਹੜੀ ਹੈੱਡ ਆ ਉਹ ਬਦਲਿਆ ਹੁੰਦਾ, ਹੈ ਨਾ, ਡਾਇਰੈਕਟਰ ਜਨਰਲ ਬਦਲਿਆ ਹੁੰਦਾ। ਇਸੇ ਕਰਕੇ ਹੀ ਉਹਨਾਂ 'ਤੇ ਦੁਬਾਰਾ ਛਾਪੇ, ਰੇਡ, ਬੜਾ ਕੁਝ ਹੁੰਦਾ। ਹੁਣ ਪੰਜਾਬ 'ਚ ਵੇਖੋ ਕਿੰਨੇ ਰੇਡ ਹੋਏ ਆ, ਹਰ ਜਗ੍ਹਾ ਰੇਡ, ਹਰ ਡੇਲੀ ਸਵੇਰੇ ਇੱਧਰ ਉੱਧਰ।
ਪਰ ਉਸ ਤੋਂ ਬਾਅਦ ਇਹ ਨਹੀਂ ਪਤਾ ਲੱਗਦਾ ਕਿ ਜੇਲ੍ਹਾਂ 'ਚ ਫਿਰ ਸਖਣੀਆਂ ਹੈਗੀਆਂ, ਜੇਲ੍ਹਾਂ 'ਚ ਫਿਰ ਉਹੀ ਮੁੰਡੇ ਆ ਜਿਹੜੇ ਗੈਂਗਵਾਰ ਨਾਲ ਜੁੜੇ ਹੈਗੇ ਆ, ਜਾਂ ਜਿਹਨਾਂ ਕਿਸੇ ਦਾ ਸਨੈਚਿੰਗ ਕੀਤੀ ਆ, ਜਾਂ ਜੇ ਕਿਸੇ ਨੇ ਕਿਸੇ ਦਾ ਮਰਡਰ ਕੀਤਾ, ਉਹ ਮੁੰਡੇ ਫੜੇ ਹੀ ਜਾਂਗ। ਜਿੰਨੇ ਵੀ ਨੇਤਾ ਨੇ ਉਹ ਬਾਹਰ ਬੈਠੇ ਆ, ਉਹ ਬਾਹਰ ਆਪਣੇ ਉਸੇ ਕੰਮ 'ਚ ਬਿਜ਼ੀ ਆ ਜਿਹਨਾਂ 'ਚ ਪਹਿਲਾਂ ਹੁੰਦੇ ਸੀਗੇ। ਉਦੋਂ ਇਹਨਾਂ ਨੂੰ ਸਿਰਫ ਇਹ ਹੁੰਦਾ ਖਾਨਾ ਪੂਰੀ, ਜਿਹੜੀ ਵੀ ਏਜੰਸੀਆਂ ਖਾਨਾ ਪੂਰੀ ਕਰਦੀਆਂ, ਦੇਖੋ ਅਸੀਂ ਕਰਕੇ ਪੁੱਛ ਪੜਤਾਲ ਕਰ ਦਿੱਤੀ ਆ, ਕੇਸ ਚੱਲ ਰਿਹਾ ਜੀ, ਹੁਣ ਅੱਗੇ ਤੋਂ ਬਾਅਦ ਦੇਖੋ ਕਦੋਂ ਅਮਲ 'ਚ ਆਉਂਦਾ, ਕਦੋਂ ਇਹਦਾ ਫਾਈਨਲ ਹੁੰਦਾ, ਇਹਦੇ ਤਾਂ ਅਸੀਂ ਤੁਹਾਨੂੰ ਦੱਸਾਂਗੇ। ਜਦੋਂ ਕਿ ਉਹਨਾਂ ਕੋਲ ਪੱਤਰਕਾਰ ਜਾਂਦੇ ਉਦੋਂ ਕਹਿੰਦੇ ਜੀ ਕੇਸ ਚੱਲ ਰਿਹਾ, ਪੁੱਛ ਪੜਤਾਲ ਕੀਤੀ ਆ, ਧਾਰਾ ਲਾਤੀ ਆ, ਉਹਦੇ ਬਾਅਦ ਰੱਬ ਜਾਣੇ ਕੀ ਕੁਛ ਹੁੰਦਾ, ਇਹਦਾ ਕੁਛ ਨਹੀਂ ਪਤਾ ਲੱਗਿਆ। ਔਰ ਹੁਣ ਇਹ ਅੱਕੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਨੇ ਮੋਦੀ ਸਾਹਿਬ ਨੂੰ ਲੈਟਰ ਲਿਖ ਦਿੱਤਾ। ਹੁਣ ਦੇਖੋ ਅੱਗੇ ਉਹ ਕੀ ਸੋਚਦੇ ਆ, ਪਰ ਮੇਰਾ ਖਿਆਲ ਆ ਕਿਤੇ ਵੀ ਰੁਕਾਵਟ ਨਹੀਂ ਆਊਗੀ, ਉਸੇ ਤਰ੍ਹਾਂ ਹੀ ਏਜੰਸੀਆਂ ਸਤਰਕ ਰਹਿਣਗੀਆਂ, ਉਸੇ ਤਰ੍ਹਾਂ ਪੁੱਛ ਪੜਤਾਲ ਹੋਊਗੀ। ਇਹ ਇੰਡੀਆ ਵਾ, ਇੱਥੇ ਕਦੀ ਕੋਈ ਗੱਲ ਇਸ ਤਰ੍ਹਾਂ ਨਹੀਂ ਹੁੰਦੀ ਕਿ ਮੈਮੋਰੈਂਡਮ ਦੇਤਾ ਤਾਂ ਬੰਦ ਹੋ ਗਿਆ। ਅੱਜ ਕੱਲ੍ਹ ਤੱਕ ਕੁਛ ਨਾ ਕੁਛ ਠੰਡ ਰਹੂਗੀ, ਪਰਸੋਂ ਤੱਕ ਫਿਰ ਉਹੀ ਗੱਲ ਹੋਗੀ। ਜਿੱਥੇ ਪਰਨਾਲਾ ਹੈਗਾ ਉੱਥੇ ਦਾ ਉੱਥੇ ਹੀ ਰਹਿਣਾ, ਉਹ ਠੰਡੇ ਬਸਤੇ 'ਚ ਰਹਿਣਾ ਸਾਰਾ ਕੁਝ। ਸਾਰੀਆਂ ਗੱਲਾਂ ਆਪਾਂ ਰੋਜ਼ ਡਿਸਕਸ ਕਰਦੇ ਹਾਂ ਆਪਣੇ ਪਲੇਟਫਾਰਮ ਤੋਂ, ਉਹੀ ਕੁਝ ਚੱਲ ਰਿਹਾ ਹੈ। ਚੱਲਣਾ ਜੋ ਕੁਛ ਹੈਗਾ ਤਾਂ ਆਪਾਂ ਕਰਾਂਗੇ, ਜੋ ਆਪਾਂ ਨੂੰ ਬਿਲਕੁਲ ਨਜ਼ਰ ਆ ਉਹੀ ਰਿਹਾ ਕੁਝ ਚੱਲ ਰਿਹਾ ਕਿ ਜੋ ਮੀਡੀਆ ਦੇ ਰਾਹੀਂ ਨਜ਼ਰ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖਦੇ ਹੋਏ ਦੇਖੋ, ਕਿਉਂਕਿ ਇਸ ਵਕਤ ਨਾ ਤਾਂ ਓਪੋਜੀਸ਼ਨ ਸਟਰੋਂਗ ਹੈ, ਨਾ ਕੋਈ ਬੰਦਾ ਐਸਾ ਲੀਡਰ ਵਿਖਾਈ ਦੇ ਰਿਹਾ ਜੋ ਬੀਜੇਪੀ ਨੂੰ ਚੁਣੌਤੀ ਦੇ ਸਕੇ। ਸੋ ਦੇਖੋ ਕੀ ਬਣਦਾ ਹੈ, ਕਿਉਂਕਿ 2024 ਦੀਆਂ ਇਲੈਕਸ਼ਨਸ ਬੜੀਆਂ ਦਿਲਚਸਪ ਹੋਣ ਵਾਲੀਆਂ ਨੇ। ਹਾਲਾਂਕਿ ਖੜਕੇ ਸਾਹਿਬ ਕਹਿੰਦੇ ਨੇ ਕਿ ਅਸੀਂ ਸਾਰੇ ਵਿਰੋਧੀ ਧਿਰਾਂ ਨੂੰ ਇਕੱਠੇ ਹੋ ਕੇ ਇਕੱਠੇ ਕਰਕੇ ਇੱਕ ਫਰੰਟ ਬਣਾਵਾਂਗੇ ਜਿਹੜਾ ਬੀਜੇਪੀ ਨੂੰ ਸਟਰੋਂਗ ਓਪੋਜੀਸ਼ਨ ਦੇਵੇਗਾ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ। ਇਹ ਵੀ ਉਹਨਾਂ ਨੇ ਐਲਾਨ ਕੀਤਾ ਹੈ। ਇਹਦੇ ਬਾਰੇ ਤੁਸੀਂ ਕੀ ਵਿਚਾਰ ਕਰਦੇ ਹੋ? ਇਹਦਾ ਇਹੀ ਹੈ ਕਿ ਖੜਕੇ ਸਾਹਿਬ ਜਦੋਂ ਹੁਣ ਨਵੀਂ ਪ੍ਰਧਾਨਗੀ ਉਹਨਾਂ ਨੇ ਅਖਤਿਆਰ ਕੀਤੀ ਹੈ, ਉਹਨਾਂ ਦਾ ਹੈ ਹੀ ਆ, ਉਹਨਾਂ ਨੇ ਇਸ ਮੂਲ ਮੁੱਦੇ ਨੂੰ ਲਿਆ ਕਿ ਜਿਹਦੇ ਵਿੱਚ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਕੀਤੀ ਸੀ। ਪਹਿਲਾਂ ਤਾਂ ਉਹਨੇ ਕਿਹਾ ਸੀ ਕਿ ਸਾਡਾ ਟ੍ਰੇਲਰ ਆ, ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਜੇ ਅਸੀਂ ਜਿੱਤ ਗਏ, ਇਹਦਾ ਮਤਲਬ ਆ ਵੀ ਆਉਣ ਵਾਲੀਆਂ 2024 ਦੀਆਂ ਚੋਣਾਂ ਦੇ ਵਿੱਚ, ਲੋਕ ਸਭਾ ਦੀਆਂ ਚੋਣਾਂ ਵਿੱਚ ਅਸੀਂ ਡੋਮੀਨੇਟਿੰਗ ਕਰਾਂਗੇ। ਔਰ ਉਸ ਤੋਂ ਬਾਅਦ ਜਦੋਂ ਐਗਜ਼ੈਕਟ ਪੋਲ ਆਇਆ, ਪਤਾ ਲੱਗਾ ਉਹਨਾਂ ਨੇ ਕਹਿਤਾ ਕਿ ਕਾਂਗਰਸ ਇਸ ਮੁੱਦੇ ਤੱਕ ਨਹੀਂ ਪਹੁੰਚ ਸਕਦੀ। ਪਰ ਜਦੋਂ ਰਿਜ਼ਲਟ ਆਇਆ ਅਤੇ ਰਿਜ਼ਲਟ ਦੇ ਵਿੱਚ ਫਿਰ ਬੀਜੇਪੀ ਦਾ ਗੱਠਜੋੜ ਵਾਲੀਆਂ ਸਰਕਾਰਾਂ ਬਣ ਗਈਆਂ ਉੱਥੇ। ਪਰ ਇੱਥੋਂ ਲੱਗ ਰਿਹਾ ਕਿ ਖੜਕੇ ਸਾਹਿਬ ਨੇ ਜਦੋਂ ਅਨਾਊਂਸ ਕੀਤਾ, ਉਹਨਾਂ ਨੇ ਕੀਤਾ ਕਿ ਅਸੀਂ ਹੁਣ ਇਕੱਲੀ ਕਾਂਗਰਸ ਨਹੀਂ, ਇਹਦੇ 'ਚ ਯੂਨਾਈਟਿਡ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਕੱਠੀਆਂ ਹੋ ਜਾਣਗੀਆਂ। ਇਹਦੇ ਵਿੱਚ ਜਿਹੜਾ ਲੈਟਰ ਲਿਖਿਆ ਉਹਦੇ 'ਚ ਮਮਤਾ ਬੈਨਰਜੀ ਵੀ ਹੈਗੇ, ਤ੍ਰਿਣਮੂਲ ਕਾਂਗਰਸ ਦੇ ਹੈੱਡ ਨੇ, ਖੜਕੇ ਸਾਹਿਬ ਇੱਧਰੋਂ ਕਾਂਗਰਸ ਦੇ ਹੈੱਡ ਹੈਗੇ ਆ, ਉਹਦੇ ਵਿੱਚ BSP ਦੇ ਮਾਇਆਵਤੀ ਉਹ ਵੀ ਹੈਗੇ ਆ। ਜਿੰਨੇ ਆਪੋਜੀਸ਼ਨ ਦੇ ਮੁੱਖ ਨੇਤਾ ਨੇ ਉਹਨਾਂ ਨੇ ਇਕੱਠੇ ਹੋ ਕੇ ਉਹ ਲੈਟਰ ਨੂੰ ਜਿਹੜਾ ਆਕਾਰ ਬਣਾਇਆ, ਬੰਤਰ ਬਣਾਈ, ਉੱਤੇ ਲਿਖਿਆ ਪੁਆਇੰਟ ਟੂ ਪੁਆਇੰਟ, ਫਿਰ ਉਹਨਾਂ ਨੇ ਲਿਖ ਕੇ ਤੇ ਭੇਜਿਆ ਉਹਨਾਂ ਨੂੰ। ਪਰ ਇਹਦੇ ਵਿੱਚ ਮੇਰਾ ਖਿਆਲ ਹੈ ਜਿਹੜੀਆਂ 2024 ਦੀਆਂ ਆਉਣ ਵਾਲੀ ਇਲੈਕਸ਼ਨ ਆ, ਉਹਦੇ ਵਿੱਚ ਅਜੇ ਇਹ ਡਾਵਾਂਡੋਲ ਹੈ। ਅਜੇ ਤੱਕ ਇਹਨਾਂ ਨੇ ਕੋਈ ਵੀ ਉਸ ਤਰ੍ਹਾਂ ਦੀ ਸਥਿਤੀ ਨਹੀਂ ਅਖਤਿਆਰ ਕੀਤੀ ਜਿਹਦੇ ਵਿੱਚ ਲੋਕ ਇਹਨਾਂ ਦੇ ਪਿੱਛੇ ਲੱਗਣ। ਪਰ ਜੇ ਕੁਛ ਨਾ ਕੁਛ ਹੁੰਦਾ, ਜੇ ਸਮਝ ਲਓ ਕੋਈ ਕ੍ਰਾਂਤੀ ਆਉਂਦੀ ਆ, ਉਹ ਲੋਕਾਂ ਨੇ ਲਿਆਉਣੀ ਆ। ਜਦੋਂ ਕਿ ਇਹਨਾਂ ਨੋਮੀਨੇਟ ਕਰਕੇ ਟਿਕਟਾਂ ਤਾਂ ਦੇਣੀਆਂ ਵੰਡ, ਨੋਮੀਨੇਟ ਹੋ ਕੇ ਉਮੀਦਵਾਰ ਬਣ ਜਾਣੇ ਆ ਹਰ ਪਾਰਟੀ ਦੇ ਵਜੋਂ। ਹਰ ਪਾਰਟੀ ਦਾ ਆਪਣਾ ਗਿਣਿਆ ਮਿੱਥਾ ਹੁੰਦਾ ਵੀ ਕਿੰਨੀਆਂ ਕਿੰਨੀਆਂ ਟਿਕਟਾਂ ਨੈਸ਼ਨਲ ਪਾਰਟੀ ਨੇ ਦੇਣੀਆਂ। ਪਰ ਉਹਨੂੰ ਜਿਹੜਾ ਬਾਕੀ ਪਾਸੇ ਮੁੱਦੇ ਮੂੰਹ ਮਾਰਨਾ ਦੂਜੀਆਂ ਪਾਰਟੀਆਂ ਨੂੰ, ਉਹ ਲੋਕਾਂ ਨੇ ਕੰਮ ਕਰਨਾ। ਹੁਣ ਅਜੇ ਪਤਾ ਨਹੀਂ ਹੁੰਦਾ ਵੀ ਲੋਕਾਂ ਦਾ ਅੰਦਰੂਨੀ ਵਿਚਾਰ ਕੀ ਹੈ। ਪੰਜਾਬ ਵਿੱਚ ਕੀ ਸੀ, ਕਿਸੇ ਨੂੰ ਪਤਾ ਨਹੀਂ। ਐਗਜ਼ੈਕਟ ਪੋਲ ਕੋਈ ਕਹਿ ਰਿਹਾ ਸੀਗਾ, ਉਹ BJP ਨੂੰ ਕਹਿ ਰਿਹਾ ਸੀਗਾ, ਕੁਛ ਕਾਂਗਰਸ ਨੂੰ ਕਹਿ ਰਿਹਾ ਸੀਗਾ, ਕੁਝ ਅਕਾਲੀ ਦਲ ਨੂੰ ਕਹਿ ਰਿਹਾ ਸੀਗਾ। ਨੁਕਰੋਂ ਨਿਕਲ ਕੇ ਭਗਵੰਤ ਮਾਨ ਜੀ ਉਹ ਮੁੱਖ ਮੰਤਰੀ ਦੇ ਕੁਰਸੀ 'ਤੇ ਜਾ ਬੈਠੇ। ਇਹ ਲੋਕਾਂ ਵੱਲੋਂ ਕੁਝ ਪਤਾ ਨਹੀਂ ਹੁੰਦਾ, ਕਿਉਂਕਿ ਆਪਾਂ ਮੀਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਆਪਾਂ ਤਾਂ ਇਹੀ ਕਹਾਂਗੇ ਕਿ ਜੋ ਕੁਛ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋ ਰਿਹਾ, ਇਹ ਲੋਕਾਂ ਦਾ ਸਿਰਫ ਅਤੇ ਸਿਰਫ ਜਿਹੜੇ ਹੈਗੇ ਉਹਨਾਂ ਦੀ ਕੀ ਨਜ਼ਰੀਆ, ਉਹਨਾਂ ਨੇ ਕੀ ਕੁਛ ਵੇਖਣਾ ਕਿ ਕਿਹੜੀ ਪਾਰਟੀ ਕੀ ਕੁਛ ਕਰ ਸਕਦੀ ਹੈ, ਉਹ ਉੱਥੇ ਮੈਜੋਰਿਟੀ ਹੋਣੀ ਆ। ਬਹੁਮਤ ਉਹਨੂੰ ਮਿਲਣਾ ਜਿਹੜੇ ਪਾਰਟੀ ਨੇ ਕੁਛ ਅੱਗੇ ਕੀਤਾ ਹੋਵੇ, ਪਹਿਲਾਂ ਕੀਤਾ ਹੋਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੈਨੀਫੈਸਟੋ ਕਹਿੰਦਾ ਉਹ ਲੋਕਾਂ ਨਾਲ ਉਹ ਹੁੰਦਾ। ਜਿਹੜੀਆਂ ਖੇਤਰੀ ਪਾਰਟੀਆਂ ਨਾ, ਛੋਟੀਆਂ ਪਾਰਟੀਆਂ, ਇਹ ਯੂਨਾਈਟ ਹੋ ਜਾਂਦੀਆਂ, ਇਹਨਾਂ ਨਾਲ ਤਾਂ ਉਹ ਹੁੰਦਾ ਵੀ ਉਸ ਸੂਬੇ ਵਿੱਚ ਕੁਝ ਕਰ ਸਕਦੀਆਂ, ਨਾ ਕਿ ਨੈਸ਼ਨਲ ਲੈਵਲ ਤੱਕ। ਨੈਸ਼ਨਲ ਲੈਵਲ ਤੱਕ ਤਾਂ ਉਹੀ ਕਰਨਗੀਆਂ ਜਿਹੜੀਆਂ ਰਾਸ਼ਟਰੀ ਕੌਮੀ ਪਾਰਟੀਆਂ, ਉਹਨਾਂ ਦੇ ਵਿੱਚ ਹੀ ਹੈਗਾ। ਹੁਣ ਨੈਸ਼ਨਲ ਪਾਰਟੀ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਾਂਗਰਸੀ ਹੈ। ਕਾਂਗਰਸ ਵਿੱਚ ਜੇ ਅਸੀਂ ਸੋਚੀਏ ਤਾਂ ਉਹਨਾਂ ਨੇ ਵੀ ਹੁਣ ਸਰਗਰਮੀ ਦਿਖਾਈ ਹੈ। ਔਰ ਜਿੱਥੇ ਵੀ J&K 'ਚ ਵੀ ਉਹਨਾਂ ਨੇ ਕੀਤਾ ਕਿ 370 ਆਰਟੀਕਲ ਨੂੰ ਜਦੋਂ ਉਹਨਾਂ ਨੇ ਬੰਦ ਕੀਤਾ ਹੈਗਾ BJP ਨੇ। ਪਰ ਜਿਹੜੇ ਉੱਥੋਂ ਦੇ ਕਸ਼ਮੀਰੀ ਪੰਡਤ ਨੇ ਉਹਨਾਂ ਨੂੰ ਧੋਖੇ 'ਚ ਰੱਖਿਆ ਗਿਆ, ਉਹ ਅਜੇ ਵੀ ਉਸੇ ਤਰ੍ਹਾਂ ਵਿਚਾਰੇ ਜ਼ਿੰਦਗੀ ਅਖਤਿਆਰ ਕਰ ਰਹੇ ਜਿੱਦਾਂ ਪਹਿਲਾਂ ਸੀਗੀ, ਉਹਦੇ ਨਾਲ ਕੋਈ ਅਖਤਿਆਰ ਨਹੀਂ ਹੋਇਆ। ਐਕਚੁਅਲੀ ਗੇਮਸ ਥੋੜ੍ਹੀਆਂ ਅਲੱਗ ਨੇ ਨਾ ਇਹ ਪੋਲੀਟਿਕਸ ਦੀਆਂ। ਹੁਣ ਨਾਰਥ ਈਸਟ ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਨੇ, ਉੱਥੇ ਰਿਜ਼ਲਟਸ ਕੁਝ ਵੀ ਹੋਣ, ਜਿਹੜੇ ਪੋਲੀਟੀਕਲ ਐਕਸਪਰਟਸ ਉਹ ਕਹਿੰਦੇ ਇਹ ਭੰਨ ਤੋੜ ਸ਼ੁਰੂ ਹੋ ਚੁੱਕੀ ਹੈ।
ਔਰ ਬੀਜੇਪੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਹਰ ਥਾਂ ਦੇ ਉੱਤੇ ਉਹਦੀ ਆਪਣੀ ਗਵਰਨਮੈਂਟ ਬਣੇ। ਇੱਕ ਥਾਂ ਤੇ ਤਾਂ ਉਹ ਜਿੱਤੀ ਹੈ, ਬਾਕੀ ਥਾਂ ਦੇ ਉੱਤੇ ਵੀ ਉਹ ਆਪਣੀ ਗਵਰਨਮੈਂਟ ਬਣਾਉਣ ਵਾਸਤੇ ਭੰਨ ਦੌੜ ਕਰ ਰਹੇ ਨੇ, ਇਹ ਪੋਲੀਟੀਕਲ ਐਕਸਪਰਟਸ ਕਹਿੰਦੇ ਨੇ। ਔਰ ਦੂਜੀ ਗੱਲ ਇਹ ਹੈ ਕਿ ਆਮ ਜਨਤਾ ਦੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਵਾਇਰਲਸ ਹੁੰਦੀਆਂ ਨੇ, ਉਹਦੇ ਵਿੱਚ ਵੀ ਕਈ ਲੋਕ ਇਸ ਗੱਲ ਨੂੰ ਕਹਿੰਦੇ ਨੇ ਕਿ ਜਨਤਾ ਨੇ ਇੱਕ ਪਾਰਟੀ ਨੂੰ ਜਾਂ ਜਨਤਾ ਨੇ ਇੱਕ ਪਾਰਟੀ ਦੇ ਕੁਝ ਲੋਕਾਂ ਨੂੰ ਜਿਤਾਇਆ ਤੇ ਜਿਹੜੀ ਵਿਰੋਧੀ ਧਿਰ ਹੈ, ਖਾਸ ਕਰਕੇ ਬੀਜੇਪੀ ਦੀ ਗੱਲ ਕਰਦੇ ਨੇ, ਉਹ ਉਹਨਾਂ ਨੂੰ ਤੋੜ ਕੇ ਆਪਣੇ ਵੱਲ ਲੈ ਜਾਂਦੇ ਨੇ। ਤੇ ਫਿਰ ਦੱਸੋ ਜਨਤਾ ਦਾ ਵੋਟ ਦੇਣ ਦਾ ਕੀ ਮਤਲਬ ਨਿਕਲਿਆ ਜੇ ਇੱਧਰੋਂ ਤੋੜ ਕੇ ਉਹਨਾਂ ਨੇ ਦੂਜੇ ਪਾਸੇ ਚਲੇ ਜਾਣਾ ਹੈ ਤੇ ਜਨਤਾ ਦੀ ਆਵਾਜ਼ ਦੀ ਤੇ ਕੋਈ ਵੈਲਿਊ ਨਾ ਰਹੀ, ਕਿਉਂਕਿ ਇਹਨਾਂ ਨੇ ਆਪਣੀ ਗੇਮ ਖੇਡ ਲਈ। ਤਾਂ ਫਿਰ ਡੈਮੋਕ੍ਰੇਸੀ ਕਿੱਥੇ ਹੈ? ਇਸ ਗੱਲ ਦਾ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਤੇ ਜ਼ਿਕਰ ਚੱਲਦਾ ਰਹਿੰਦਾ, ਲੋਕ ਆਵਾਜ਼ ਉਠਾਉਂਦੇ ਰਹਿੰਦੇ ਨੇ। ਇਹਦੇ ਬਾਰੇ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਜਿਹੜਾ ਇਦਾਂ ਦਾ ਸਾਰਾ ਹਾਰਸ ਟ੍ਰੇਡਿੰਗ ਚੱਲਦੀ ਹੈ, ਤੋੜ ਭੰਨ ਚੱਲਦੀ ਹੈ ਪਈ ਹੈ ਰਾਜਨੀਤੀ ਦੇ ਵਿੱਚ? ਅਸਲ 'ਚ ਹੁਣ ਨਹੀਂ ਹੋਇਆ, ਇਹ ਤਾਂ 47 ਤੋਂ ਚੱਲੀ ਜਾ ਰਿਹਾ, ਸ਼ੁਰੂ ਤੋਂ ਚੱਲਦਾ, ਜਦੋਂ ਤੋਂ ਚੱਲ ਰਿਹਾ। ਕਿਉਂਕਿ ਸਿਆਸਤ ਜਿਹੜੀ ਹੈਗੀ ਹੈ ਇਹਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਕਰਵਟ ਲੈਣੀ ਹੈ। ਜਿਹੜਾ ਨੇਤਾ ਹੁੰਦਾ ਉਹਦਾ ਆਪਣਾ, ਜੇ ਤੁਸੀਂ ਯੋਗਤਾ ਦੇ ਆਧਾਰ 'ਤੇ ਵੇਖੋਗੇ, ਕੁਝ ਵੇਖੋਗੇ ਤਾਂ ਯੋਗਤਾ ਦਾ ਤਾਂ ਇਹਦੇ ਨਾਲ ਕੋਈ ਵਾਅਦਾ ਹੀ ਨਹੀਂ, ਕੋਈ ਇਹਦੇ ਨਾਲ ਇਹ ਨਹੀਂ ਵੀ ਉਹਦੀ ਕੈਪੇਬਿਲਿਟੀ ਕੀ ਹੈ, ਕੀ ਕੁਛ ਹੈਗਾ। ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਬਾਹਰਲੇ ਦੇਸ਼ਾਂ ਦੀ, ਉੱਥੇ ਤਾਂ ਮਲਟੀ ਪਾਰਟੀ ਸਿਸਟਮ ਨਹੀਂ ਹੈਗਾ। ਉੱਥੇ ਦੋ ਪਾਰਟੀਆਂ, ਇੱਕ ਤਾਂ ਤਖਤ ਦੇ ਬੈਠੀ ਹੈ, ਦੂਜੀ ਉਹਦੀ ਵਿਰੋਧਤਾ ਕਰ ਰਹੀ ਹੈ। ਸਾਡੇ ਜਿਹੜੀ ਹੈਗੀ ਆ ਬਹੁਤ ਪਾਰਟੀ ਸਿਸਟਮ ਆ, ਇੱਥੇ ਬਹੁਤ ਪਾਰਟੀ ਮਲਟੀ ਪਾਰਟੀ ਸਿਸਟਮ ਆ। ਔਰ ਇਹਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਸੰਵਿਧਾਨ ਨੂੰ ਫਾਲੋ ਕਰਨ ਵਾਲੇ ਥੋੜ੍ਹੇ ਲੋਕ ਹੈ ਇੱਥੇ, ਜਿਹੜੀ ਆਓ ਭਗਤ ਕਰਨ ਵਾਲੇ, ਪੈਸਾ ਬਹਾ ਕੇ, ਕਾਰਪੋਰੇਟ ਵੀ ਉਹ 'ਚ ਇਨਵੋਲਵਡ ਹੁੰਦੇ ਆ। ਉਹ 'ਚ ਪੈਸਾ ਜਦੋਂ ਦਿੰਦੇ ਆ ਉਹਨੂੰ ਕਹਿੰਦੇ ਇਹ ਹੈਗਾ ਚੋਣ ਫੰਡ, ਇਲੈਕਸ਼ਨ ਫੰਡ ਹੈਗਾ, ਅਸੀਂ ਪੈਸਾ ਜਿਵੇਂ ਨਹੀਂ ਦੇ ਰਹੇ। ਉਹਨਾਂ ਨੂੰ ਪਤਾ ਕਿ ਅਸੀਂ ਇਹ ਪੈਸਾ ਮੁੜਵਾ ਲੈਣਾ, ਇਹ ਤੋਂ 1 ਗੁਣਾ ਦਿੱਤਾ, ਅਸੀਂ 10 ਗੁਣਾ ਇਹਨਾਂ ਕੋਲ ਪੈਸਾ ਲੈਣਾ ਗਾ। ਹੁਣ ਜਿਹੜਾ ਪੈਸਾ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਉਮੀਦਵਾਰ ਨੇ ਜਾਂ ਜਿਹੜੇ MLA ਬਣਦੇ ਆ, ਜਿਹੜੇ MP ਬਣਦੇ ਆ, ਖਰੀਦੇ ਜਾਂਦੇ ਆ। ਖਰੀਦੇ ਇਸ ਕਰਕੇ ਜਾਂਦੇ, ਕਾਰਪੋਰੇਟ ਪੈਸਾ ਦੇ ਰਹੇ ਆ। ਜਿਹੜਾ ਪੈਸਾ ਉਹਨਾਂ ਨੂੰ ਦੇਣਾ ਪਿਆ, ਬੰਦੇ 15 ਹੈਗੇ, ਲਓ ਇਹਨਾਂ ਨੂੰ ਦਿਓ, ਦੱਸੋ ਕੀ ਹੈਗਾ। ਅਸਾਮ 'ਚ ਵੀ ਇਹ ਰੌਲਾ ਪਿਆ ਸੀਗਾ, ਮਹਾਰਾਸ਼ਟਰ 'ਚ ਵੀ ਰੌਲਾ ਪਿਆ ਸੀਗਾ, ਪੰਜਾਬ 'ਚ ਵੀ ਰੌਲਾ ਪੈ ਗਿਆ ਸੀ। ਜਦੋਂ ਇਹ ਜਰਮਨ ਸੀਗੇ ਭਗਵੰਤ ਮਾਨ ਜੀ, ਉਦੋਂ ਪਹਿਲੋਂ ਹੋ ਗਿਆ ਸੀ ਵੀ ਖਰੀਦੋ ਫਰੋਖਤ ਸ਼ੁਰੂ ਹੋ ਗਈ। ਇਹ ਅਸਲ 'ਚ ਇਹ ਲੋਕਾਂ ਦਾ ਬਿਲਕੁਲ ਸ਼ੁਰੂ ਤੋਂ ਇਹ ਸੁਭਾਅ ਬਣਿਆ ਹੈਗਾ। ਇਹਦੇ ਵਿੱਚ ਲੋਕਾਂ, ਜਿਹੜੀ ਜਨਤਾ, ਉਹਨਾਂ ਨੇ ਤਾਂ ਚੁਣ ਕੇ ਭੇਜ ਦੇਣਾ। ਭੇਜਣ ਤੋਂ ਬਾਅਦ ਜਦੋਂ ਇਹ ਖਰੀਦੋ ਫਰੋਖਤ ਚੱਲਦੀ ਹੈ, ਸਿਆਸਤ ਵਿੱਚ ਹੀ ਹੈਗੀ ਆ। ਖਾਸ ਕਰਕੇ ਦਿੱਲੀ ਬਹਿ ਕੇ ਸਾਰਾ ਕੁਝ ਹੁੰਦਾ ਵੀ ਸਾਡੇ ਕੋਲ ਇਸ ਵੇਲੇ 520 ਬੰਦੇ ਪੂਰੇ ਕਰਨੇ ਆ। ਰਾਸ਼ਟਰਪਤੀ ਨੂੰ ਕਹਿਣਾ ਕਿ ਪ੍ਰਧਾਨ ਮੰਤਰੀ ਕਿਹਨੇ ਬਣਨਾ, ਜਿਹਦੇ ਵਿੱਚ ਲੋਕ ਸਭਾ ਦੇ ਕਿੰਨੇ MP ਚਾਹੀਦੇ ਆ। ਫਿਰ ਰਾਤ ਨੂੰ ਜਿਹੜੀ ਹੁੰਦੀ ਆ ਘੋੜ ਦੌੜ ਹੁੰਦੀ ਹੈ, ਭੱਜ ਦੌੜ ਹੁੰਦੀ ਆ। ਉਹਦੇ 'ਚ ਸਾਰੇ MP ਨੂੰ ਖਰੀਦਿਆ ਜਾਂਦਾ ਔਰ ਪੈਸਾ ਦਿਖਾ ਕੇ ਕੀਤਾ ਜਾਂਦਾ। ਕੁਛ ਤਾਂ ਇਮਾਨਦਾਰ ਹੁੰਦੇ ਹੀ ਆ, ਕੁਛ ਤਾਂ ਨਹੀਂ ਹੁੰਦੇ। ਇਹ ਨਹੀਂ ਹੁੰਦਾ ਵੀ 100 ਦੇ 100 ਹੀ ਬੰਦੇ ਉੱਧਰ ਹੋ ਜਾਣਗੇ। ਕੁਛ ਬੰਦੇ ਜਿਹੜੇ ਹੁੰਦੇ ਆ ਪੈਸਾ ਵਾਲਾ ਹੀ ਹੁੰਦੇ, ਉਹ ਕਹਿੰਦੇ ਅਸੀਂ ਤਾਂ ਪੈਸਾ ਲਾ ਕੇ ਆਏ ਹਾਂ, ਅਸੀਂ ਕਿੰਨੀ ਇਲੈਕਸ਼ਨ ਦੇ ਪੈਸਾ ਲਾਇਆ, ਅਸੀਂ ਹੁਣ ਪੈਸਾ ਲੈ ਲਾਂਗੇ। ਇਸੇ ਤਰ੍ਹਾਂ ਹੀ ਮੁਲਾਜ਼ਮ ਕਰਦੇ ਆ, ਜਿਨ੍ਹਾਂ ਨੇ ਪੈਸਾ ਕਰਪਸ਼ਨ ਦੇ ਕੇ, ਪੈਸਾ ਦੇ ਕੇ ਆਬਾਦੀ ਲਈ ਆ, ਉਹਦੇ ਵਿੱਚ ਉਹਨਾਂ ਨੇ ਉਹ ਸਟੇਟਸ ਲਿਆ ਵਾ। ਜਦੋਂ ਪੋਸਟ ਖਰੀਦੀ ਆ, ਫਿਰ ਉਹ ਲੋਕਾਂ ਕੋਲ ਕਰਪਸ਼ਨ ਕਰਦੇ। ਉਹ ਕਹਿੰਦੇ ਅਸੀਂ ਜੇ 40 ਲੱਖ ਦਿੱਤਾ ਤਾਂ ਅਸੀਂ ਇਹਦਾ 80 ਲੱਖ ਬਣਾਵਾਂਗੇ। ਔਰ ਜਿਹੜਾ ਪੈਸਾ ਲੋਕ ਰੱਖਦੇ ਆ, ਜਿੱਦਾਂ ਉਹਨੇ 100 ਰੁਪਏ ਲਿਆ ਤੇ 25 ਰੁਪਏ ਉਹਨੇ ਰੱਖ ਲੈਣੇ ਆ ਕਿ ਆਹ ਜਿਹੜੇ ਉਹਨਾਂ ਨੂੰ ਦੇਣੇ ਆ ਜਿਨ੍ਹਾਂ ਨੇ ਸਾਡੇ 'ਤੇ ਕੋਈ ਰੇਡ ਕੀਤਾ ਜਾਂ ਸਾਨੂੰ ਫੜਿਆ ਜਾਂ ਕੁਛ ਉਹਦੇ 'ਤੇ ਦੋਸ਼ ਮੜਿਆ। ਔਰ ਮੇਰਾ ਖਿਆਲ ਆ ਕਿ ਜਿਹੜੀ ਰਿਸ਼ਵਤ ਆ ਜਾਂ ਜਿਹੜੀ ਖਰੀਦੋ ਫਰੋਖਤ MP ਦੀ, ਨੇਤਾ ਦੀ, ਇਹ ਸ਼ਾਇਦ ਨਹੀਂ ਬੰਦ ਹੋਣੀ। ਪਰ ਜਿਹਨੇ ਸਰਕਾਰ ਬਣਾਉਣੀ ਆ ਉਹ ਬਣਾ ਹੀ ਲੈਂਦਾ। ਉਹ ਕਿਸੇ 'ਤੇ ਜਾਂ ਤਾਂ ਪੈਸੇ ਨਾਲ ਬਣਾ ਲੇ ਜਾਂ, ਪਰ ਇਹਦੋਂ ਪਹਿਲੋਂ ਜਿਹੜੀਆਂ 2 ਸਰਕਾਰਾਂ ਬਣ ਗਈਆਂ BJP ਦਾ, ਉਹਦੇ ਵਿੱਚ ਇਹ ਕੁਛ ਨਹੀਂ ਹੋਇਆ। ਮੈਜੋਰਟੀ ਉਹਨਾਂ ਨੇ ਵੋਟਾਂ ਨਾਲ ਹੀ ਲਈ ਹੈ। ਔਰ ਇਸੇ ਤਰ੍ਹਾਂ ਜਿਹੜੀਆਂ ਇਲੈਕਟ੍ਰੋਨਿਕਸ ਮਸ਼ੀਨਾਂ ਨੇ ਇੰਡੀਆ 'ਚ ਚੱਲਦੀਆਂ ਹੈਗੀਆਂ, ਹੋਰ ਤਾਂ ਕਿਸੇ ਕੰਟਰੀ 'ਚ ਨਹੀਂ ਹੈਗੀਆਂ। ਉੱਥੇ ਤਾਂ ਬੈਲਟ ਪੇਪਰ ਨਾਲ ਹੀ ਚੱਲਦਾ ਹੈਗਾ। ਇਹ ਵੀ ਕਦੀ ਕਿਸੇ ਵੀ ਪਾਰਟੀ ਦੇ ਨੇਤਾ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਕਿ ਇੱਕ ਵੋਟ ਕਿੱਧਰ ਪਾਉਣੇ ਤੇ ਕਿੱਧਰ ਜਾਂਦੀ ਹੈ, ਇਹਦਾ ਕੋਈ ਖਿਆਲ ਨਹੀਂ ਕੀਤਾ। ਇਲੈਕਟ੍ਰੋਨਿਕਸ ਮਸ਼ੀਨਾਂ ਜਿਹੜੀਆਂ ਚੱਲ ਰਹੀਆਂ, ਇਹਦੇ ਵੱਲ ਨਹੀਂ ਕੀਤਾ। ਇਹ ਤਾਂ ਬਾਕੀ ਤਾਂ ਖਰੀਦੋ ਫਰੋਖਤ ਚੱਲਦੀ ਰਹਿੰਦੀ ਆ। ਤੁਸੀਂ ਵੋਟ ਕਿਹਨੂੰ ਪਾ ਰਹੇ ਜੇ, ਕਿੱਧਰ ਨੂੰ ਜਾ ਰਹੀ ਹੈ, ਇਹਦਾ ਵੀ ਪਤਾ ਨਹੀਂ ਲੱਗ ਰਿਹਾ। ਇਸੇ ਕਰਕੇ ਹੁਣ ਇਹਦੇ ਲਈ ਇਹ ਸਿਸਟਮ 'ਤੇ ਵੀ ਜਦੋਜਹਿਦ ਕਰਨੀ ਚਾਹੀਦੀ ਹੈ ਸਰਕਾਰਾਂ ਦੇ ਜਿਹੜੇ ਓਪੋਜੀਸ਼ਨ ਦੇ ਨੁਮਾਇੰਦੇ ਆ। ਤਾਂ ਇਹਨਾਂ ਨੇ ਗੱਲ ਕੀਤੀ, ਮੋਦੀ ਸਾਹਿਬ ਨੂੰ ਲਿਖ ਦਿੱਤਾ ਇਹਨਾਂ ਨੇ ਕਿ ਅਸੀਂ ਇਸ ਮੁੱਦੇ ਨਾਲ ਜਦੋਜਹਿਦ ਕਰਾਂਗੇ। ਜਦੋਂ ਜਿੰਨੀਆਂ ਵੀ ਏਜੰਸੀਆਂ ਜਾਂਚ ਕਰਦੀਆਂ ਉਹਨਾਂ ਵਿੱਚ ਘੱਟੋ ਘੱਟ ਓਪੋਜੀਸ਼ਨ ਨੂੰ ਨਾ ਲਿਆ ਜਾਵੇ, ਜੇ ਲੈਣਾ ਤਾਂ ਸਾਰਿਆਂ ਨੂੰ ਲਓ। ਔਰ ਇਹ ਮੁੱਦਾ ਤਾਂ ਇਹਨਾਂ ਨੇ ਖੜਾ ਕਰ ਦਿੱਤਾ। ਪਰ ਅਗਲਾ ਸਟੈਂਡ ਜਿਹੜੇ ਹੈਗੇ ਆ, ਹੋਰ ਵੀ ਲਟਕਦੇ ਮਾਮਲੇ ਹੈਗੇ ਆ। ਮੇਰਾ ਖਿਆਲ ਕਈ ਗੱਲ ਤੁਹਾਡੀ ਸਹੀ ਹੈ ਕਿ ਖਰੀਦੋ ਫਰੋਖਤ ਜਿਹੜੀ ਹੈ ਬਿਲਕੁਲ ਸ਼ਰੇਆਮ ਚੱਲਦੀ ਹੈ, ਦਿਨ ਦਿਹਾੜੇ ਚੱਲਦੀ ਹੈ। ਜੇ ਅਸੀਂ ਕਚਹਿਰੀਆਂ 'ਚ ਪੈਸਾ ਦਿੰਦੇ ਹਾਂ ਦਿਨ ਦਿਹਾੜੇ ਰਜਿਸਟਰੀ ਕਰਾਉਣ ਦਾ, ਜੇ ਅਸੀਂ ਦੇ ਰਹੇ ਹਾਂ ਪੁਲਿਸ ਅਫਸਰ ਨੂੰ ਪੈਸਾ ਦੇ ਰਹੇ ਹਾਂ ਵੀ ਆਹ ਕੰਮ ਕਰਾਉਣਾ, ਜਿਹੜਾ ਬੰਦਾ ਆਉਂਦਾ ਵਿਚਾਰਾ ਮੈਂ ਸਾਈਕਲ 'ਤੇ ਆਇਆ ਯਾਰ, ਬੱਸ 'ਤੇ ਆਇਆ ਅਤੇ ਕੰਮ ਅੱਜ ਹੋ ਜੇ, ਉਹ ਅਗਲੇ ਪਾਸਿਓਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਆਉਂਦਾ ਕੱਢ 5000, ਉਹ ਆਂਦਾ ਲਓ ਜੀ 5000 ਤੇ ਕਰ ਦਿਓ, ਅੱਜ ਮੈਂ ਬਾਕੀ ਵੀ ਦਿਨ ਤੇ ਖਰਾਬ ਕਰਨੇ, ਮੈਂ ਘਰ ਦਾ ਕੰਮ ਕਿਉਂ ਨਹੀਂ ਕਰੂੰਗਾ। ਤਾਂ ਇਹ ਗੱਲ ਹੈਗੀ ਆ। ਜੇ ਤਾਂ ਇਹ ਪੈਸਾ ਦੇਣ ਵਾਲੇ 'ਤੇ ਵੀ ਉਹਨਾਂ ਹੀ ਕੇਸ ਕਰਨ ਅਤੇ ਪੈਸਾ ਲੈਣ ਵਾਲੇ 'ਤੇ ਤਾਂ ਆਲਰੇਡੀ ਹੈ ਹੀ ਆ। ਜੇ ਦੋਵਾਂ ਨੂੰ ਇੱਕ ਤਰੀਕੇ ਨਾਲ ਵੇਖਿਆ ਜਾਵੇ ਤਾਂ ਮੇਰਾ ਖਿਆਲ ਰਿਸ਼ਵਤ ਨੂੰ ਥੋੜ੍ਹਾ ਜਿਹੀ ਠੰਡ ਪੈ ਸਕਦੀ ਹੈ। ਜਿਹੜਾ ਪੈਸੇ ਦਿੰਦਾ ਉਹ ਇੱਕ ਨੂੰ ਵੀਡੀਓ ਬਣਾ ਕੇ ਤਾਂ ਪੈਸਾ ਦੇ ਦਿੰਦਾ, ਪਰ ਉਹ ਪੈਸਾ ਦੇ ਕਿਉਂ ਰਿਹਾ, ਰੁਕ ਕਿਉਂ ਨਹੀਂ ਜਾਂਦਾ? ਪੈਸਾ ਨਾ ਦੇਵੇ ਤਾਂ ਉਹਦੇ ਜੇਬ 'ਚੋਂ ਤਾਂ ਨਹੀਂ ਕੱਢਦੇ।
ਇਸ ਕਰਕੇ ਵੀ ਕਈ ਚੀਜ਼ਾਂ ਦੋਵੇਂ ਪਾਸੇ ਹੁੰਦੀਆਂ। ਇਸੇ ਤਰ੍ਹਾਂ MP ਦਾ ਜਿਹੜਾ ਤੁਸੀਂ ਗੱਲ ਕੀਤੀ ਹੋਣੀ ਕਿ ਜਿਹੜਾ ਪੈਸਾ ਉਹ MP ਬਣ ਜਾਂਦਾ, ਉਹਨੂੰ ਕਹਿੰਦਾ ਖਰੀਦੋ ਫਰੋਖਤ ਹੁੰਦੀ ਹੈ। ਜੇ ਤਾਂ ਇਮਾਨਦਾਰ ਆ ਤਾਂ ਰੁਕ ਜੂਗਾ, ਨਹੀਂ ਤਾਂ ਉਹਨੇ ਕਹਿਣਾ ਲਿਆਓ ਜੀ ਜਿਹੜਾ 70 ਲੱਖ ਆਉਂਦਾ ਮਰੀ ਪਾਓ ਜੇਬ 'ਚ, ਅਤੇ ਮੈਂ MP ਰਵਾਂ ਜਾਂ ਨਾ ਰਵਾਂ, ਬਾਕੀ ਕੰਮ ਤਾਂ ਕਰਾਂ। ਇੱਦਾਂ ਹੀ IAS ਆਫੀਸਰ ਫੜੇ ਗਏ ਬਹੁਤ ਜ਼ਿਆਦਾ, IPS ਫੜੇ ਗਏ। ਜਦੋਂ ਆਪਾਂ ਗੱਲ ਕਰਦੇ ਹਾਂ, ਅੱਜ ਨਹੀਂ ਗੱਲ ਕਰਦੇ, ਬਹੁਤ ਦੇਰ ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਹਾਂ। ਇਹ ਤਾਂ ਆਂਦੇ ਵੀ ਤੰਦ ਨਹੀਂ ਤਾਣੀ ਉਲਝੀ ਹੈ ਸਾਰੇ ਪਾਸੇ, ਆਵਾ ਉੱਤੇ ਬਸ। ਚਲੋ ਆਪਾਂ ਅੱਗੇ ਵਧੀਏ। BBC ਦੇ ਦਫ਼ਤਰਾਂ ਤੇ ਛਾਪੇ ਹੋਏ ਨੇ, ਤਾਂ ਰਾਹੁਲ ਗਾਂਧੀ ਜਦੋਂ ਹੁਣ ਗਏ ਨੇ ਕੈਂਬਰਿਜ ਯੂਨੀਵਰਸਿਟੀ, ਉੱਥੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਹ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਪੱਤਰਕਾਰਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਹੈ, ਲੋਕਤੰਤਰ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਉੱਥੇ। ਔਰ ਇਹ ਵੀ ਕਈ ਐਕਸਪਰਟਸ ਕਹਿੰਦੇ ਨੇ ਕਿ ਉਹ ਜੋ ਬੋਲ ਕੇ ਆਏ ਨੇ ਉਹ ਭਾਰਤ ਦੀ ਇਮੇਜ ਨੂੰ ਖਰਾਬ ਕਰ ਸਕਦਾ ਹੈ, ਪਰ ਉਹ ਕਹਿ ਰਹੇ ਨੇ ਕਿ ਮੈਂ ਉਹ ਬੋਲ ਰਿਹਾ ਜੋ ਹੋ ਰਿਹਾ ਦੇਸ਼ ਦੇ ਅੰਦਰ, ਲੋਕਾਂ ਨੂੰ ਪਤਾ ਚੱਲਣਾ ਚਾਹੀਦਾ। ਔਰ ਮੈਂ ਕਿਹੜਾ ਪਹਿਲੀ ਵਾਰ ਗੱਲ ਕੀਤੀ ਹੈ, ਮੀਡੀਆ ਦੇ ਥਰੂ ਲੋਕਾਂ ਨੂੰ ਪਤਾ ਲੱਗਦਾ ਹੀ ਪਿਆ ਕਿ ਇੰਡੀਆ ਦੇ ਅੰਦਰ ਕੀ ਚੱਲਦਾ ਪਿਆ। ਸੋ ਇਹ BBC ਦੀ ਘਟਨਾ ਹੈ ਜਿਹੜੀ ਛਾਪੇ ਮਾਰੇ ਗਏ ਨੇ। ਅਸਲ 'ਚ ਮੇਰਾ ਖਿਆਲ ਹੈ ਕਈ ਵਾਰੀ ਨਾ ਜਿਹੜੀ ਰਾਜਨੀਤਿਕ ਰੂਲਿੰਗ ਪਾਰਟੀ ਹੁੰਦੀ ਹੈ, ਉਹਨਾਂ ਨੂੰ ਇਹ ਨਹੀਂ ਹੁੰਦਾ ਪਤਾ ਕਿ ਜਿਸ ਦੇਸ਼ 'ਚ ਅਸੀਂ ਬੈਠੇ ਹਾਂ, ਜੇ BBC ਹੈਗੀ ਤਾਂ BBC ਦੇ ਉਸ ਦੇਸ਼ 'ਚ ਵੀ, ਲੰਡਨ 'ਚ ਵੀ ਸਾਡੇ ਬਹੁਤ ਲੋਕ ਬੈਠੇ ਆ, ਉਹ ਵੀ ਉੱਥੇ ਵਪਾਰਕ ਕੇਂਦਰ ਖੋਲ੍ਹ ਕੇ ਬੈਠੇ ਆ, ਏਜੰਸੀਆਂ ਵੀ ਸਾਡੀਆਂ ਬੈਠੀਆਂ, ਅਸੀਂ ਵੀ ਉੱਥੇ ਫਿਲਮਾਂ ਬਣਾ ਰਹੇ ਹਾਂ, ਸਾਡੀਆਂ ਮੂਵੀ ਵੀ ਉੱਥੇ ਬਣਦੀਆਂ। ਲੰਡਨ ਦੇ ਵਿੱਚ ਅਸੀਂ ਕੀ ਕੁਛ ਨਹੀਂ ਕਰਦੇ, ਕਿਹੜੇ ਮਿਊਜ਼ੀਅਮ 'ਤੇ ਕੀ ਨਹੀਂ ਉੱਥੇ ਹੋ ਰਿਹਾ। ਪਰ ਅਸੀਂ ਜੇ ਇਹ ਇੱਕ ਰਿਵੈਂਜਫੁਲੀ ਚੱਲਾਂਗੇ ਤਾਂ ਇਹ ਗੱਲ ਮੇਰਾ ਖਿਆਲ ਹੈ, ਰਾਹੁਲ ਗਾਂਧੀ ਨੇ ਵੈਸੇ ਇਹਨੂੰ ਨਿਖੇੜਾ ਕਰ ਦਿੱਤਾ ਕਿ ਉਹਦੇ 'ਤੇ ਜਿਹੜੇ ਰੇਡ ਹੋਏ ਆ, ਇਹ ਖਾਸ ਕਰਕੇ ਜਿਹੜੀ ਇੱਕ ਡਾਕੂਮੈਂਟਰੀ ਬਣੀ ਆ ਉਹਦਾ ਵੀ ਰਿਵੈਂਜ ਲਿਆ ਗਿਆ। ਦੂਸਰੇ ਪਾਸੇ ਇਹਨਾਂ ਨੂੰ ਉਧਰ ਉਲਝਾਉਣ ਲਈ ਇਹ ਕੀਤਾ ਗਿਆ ਕਿ BBC ਘੱਟੋ ਘੱਟ ਇਸ ਪਾਸੇ ਆ ਜਾਏ ਕਿ ਅਸੀਂ ਕੋਈ ਟੈਕਸ ਨਹੀਂ ਤਾਰਿਆ, ਕਿਉਂ ਨਹੀਂ ਤਾਰਿਆ, ਔਰ ਉਹਦੇ ਵਿੱਚ ਸਾਡੀਆਂ ਜਿਹੜੀਆਂ ਹੁਣ ਤੱਕ ਬਣਤਰ ਬਣੀਆਂ ਫਿਲਮਾਂ ਬਣੀਆਂ ਜਿਹਦੇ ਵਿੱਚ ਹੈਗੀ ਆ ਫਿਲਮ ਜਿਹੜੀ ਰੋਕੀ ਗਈ ਹੈ, ਕਿਉਂ ਰੋਕੀ ਗਈ ਆ, ਉਹਨੂੰ ਇਹਨਾਂ ਨੇ ਮੱਦੇਨਜ਼ਰ ਰੱਖਦੇ ਹੋਇਆ ਉਹਨਾਂ 'ਤੇ ਰੇਡ ਕੀਤੇ ਆ। ਔਰ ਇਹਦੇ ਵਿੱਚ ਘੱਟੋ ਘੱਟ ਇਹਨੂੰ ਸਾਰਿਆਂ ਨੇ ਇਹਦੇ 'ਤੇ ਆਲੋਚਨਾ ਕੀਤੀ ਹੈ ਕਿ ਜਿਹੜੀ ਪੱਤਰਕਾਰੀ ਆ ਜਾਂ ਜਿਹੜੀ ਏਜੰਸੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਹਰਲੀਆਂ ਬੈਲੈਂਸਡ ਏਜੰਸੀ ਆ, ਇਹਦੇ 'ਤੇ ਕਦੀ ਕੋਈ ਇਸ ਤਰ੍ਹਾਂ ਦੀ ਨੁਕਤਾਚੀਨੀ ਨਹੀਂ ਹੋਈ, ਕਿਸੇ ਵੀ ਦੇਸ਼ 'ਚ ਨਹੀਂ ਹੋਈ। ਇੰਡੀਆ 'ਚ ਕਿਉਂ ਹੋ ਰਹੀ ਇਕੱਲੇ 'ਚ? ਕਿਤੇ ਵੀ ਤੁਸੀਂ BBC ਦੀ ਕੋਈ ਡਾਕੂਮੈਂਟਰੀ, ਕੋਈ ਫਿਲਮ, ਕੋਈ ਇਹਨਾਂ ਦੇ ਬਾਰੇ ਕੋਈ ਜੋ ਇਹਨਾਂ ਦਾ ਜੋ ਕੁਛ ਪੱਤਰਕਾਰੀ ਦਾ ਮਾਮਲਾ ਜੋ ਕੁਛ ਹੁੰਦਾ, ਕਦੇ ਵੀ ਕਿਸੇ ਨੇ ਇੱਥੇ ਕ੍ਰਿਟਿਸਾਈਜ਼ ਨਹੀਂ ਕੀਤਾ। ਸਿਰਫ ਇੰਡੀਆ ਕਿਉਂ ਕਰ ਰਿਹਾ? ਔਰ ਇੰਡੀਆ ਦੇ ਵਿੱਚ ਇਹਨਾਂ ਦਾ ਆਫਿਸ ਹੈ ਦਿੱਲੀ ਦੇ ਵਿੱਚ, ਉੱਥੇ ਰੇਡ ਹੋਏ ਆ, ਉੱਥੋਂ ਇਹਨਾਂ ਕੋਲ ਬੜਾ ਕੁਝ ਪੁੱਛਿਆ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ, ਜਿਹੜੀ ਪੁੱਛ ਪੜਤਾਲ ਹੋਈ ਆ ਉਹਦੇ ਬਾਰੇ ਕੋਈ ਲਕੂਨਾ ਨਹੀਂ, ਕੁਛ ਨਹੀਂ ਦੱਸਿਆ ਕਿ ਉਹਦੇ ਵਿੱਚੋਂ ਇਹਨਾਂ ਕੋਲ ਕੀ ਊਣਤਾਈ, ਇਹਨਾਂ ਦਾ ਕੀ ਦੋਸ਼ ਆ, ਕੀ ਮੜਿਆ ਗਿਆ। ਔਰ ਇਹਦਾ ਨਾਂ ਹੈਗਾ ਜਿਹੜੀ BBC ਕਾਰਪੋਰੇਸ਼ਨ ਹੈ ਜੋ ਵੱਲੋਂ ਏਜੰਸੀ ਆ ਇੰਗਲੈਂਡ ਦੀ, ਇਹਦੇ 'ਤੇ ਕੋਈ ਇੱਦਾਂ ਦਾ ਕਦੀ ਨਹੀਂ ਗੱਲ ਆਈ ਕਿਉਂਕਿ ਊਣਤਾਈ ਨਹੀਂ ਰਹੀ ਇਹਦੇ 'ਤੇ। ਔਰ ਇੰਡੀਆ ਦੇ ਵਿੱਚ ਇਹ ਹੋਇਆ ਜਦੋਂ ਕਿ ਇੰਡੀਆ ਦੇ ਜਿੰਨੀਆਂ ਏਜੰਸੀਆਂ ਨੇ, ਇਹਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਇਹਨਾਂ ਦੀ ਏਜੰਸੀਆਂ ਉਹ ਕੀ ਕਰ ਰਹੀਆਂ, ਉਹਨਾਂ 'ਤੇ ਵੀ ਕੀ ਦੋਸ਼ ਮੜੇ ਜਾਂਦੇ ਆ। ਔਰ ਉਸ ਪਾਸੇ ਉਂਗਲ ਕੀਤੀ ਆ ਜਿਹੜੀ ਇਸ ਵੇਲੇ ਜਿਹਦਾ ਸਮਰਥਨ ਪੂਰੇ ਵਰਲਡ ਤੋਂ ਹੈ, ਸਾਰੇ ਵਿਸ਼ਵ ਕੋਲ ਹੈਗਾ। ਔਰ ਰਾਹੁਲ ਗਾਂਧੀ ਨੇ ਮੇਰਾ ਖਿਆਲ ਗੱਲ ਜਿਹੜੀ ਜਦੋਂ ਕੀਤੀ ਹੈ, ਕਿਉਂਕਿ ਅੱਗੇ ਝੰਜਟ ਤਾਂ ਪਿਆ ਹੀ ਹੈਗਾ ਡਾਕੂਮੈਂਟਰੀ ਦਾ, ਜਿਹੜੀ ਮੋਦੀ ਸਾਹਿਬ 'ਤੇ ਬਣੀ 2002 ਗੁਜਰਾਤ ਦੇ ਦੰਗਿਆਂ 'ਤੇ, ਉਹ ਤਾਂ ਜੇ ਬੈਨ ਹੀ ਹੈਗੀ ਆ, ਕਿਸੇ ਵੀ ਦੇਸ਼ 'ਚ ਨਹੀਂ ਚੱਲ ਰਹੀ। ਸ਼ਾਇਦ ਕੈਨੇਡਾ 'ਚ ਥੋੜ੍ਹੀ ਬਹੁਤ ਚੱਲੀ ਸੀ, ਬਾਕੀ ਕਿਤੇ ਵੀ ਨਹੀਂ ਚੱਲੀ। ਇੰਗਲੈਂਡ 'ਚ ਤੋਂ ਚਲਾ ਸਕਦੇ ਆ, ਉਹਨਾਂ ਦਾ ਆਪਣਾ ਦੇਸ਼ ਆ। ਪਰ ਉੱਥੇ ਜਿਹੜੇ ਸਾਡੇ ਰਹਿ ਰਹੇ ਲੋਕ ਨੇ, NRI ਵੀਰ, ਉਹ ਸ਼ਾਇਦ ਨਹੀਂ ਵੇਂਦੇ ਹੋਣਗੇ, ਉਹਨਾਂ ਨੂੰ ਨਹੀਂ ਪਤਾ ਹੈਗਾ, ਉਹ ਨਹੀਂ ਦੱਸਣਗੇ ਵੀ ਇਹਦੇ ਵਿੱਚ ਕੀ ਕੁਛ ਹੈਗਾ, ਵੀ ਇਹਦੇ ਵਿੱਚ ਕੀ ਕੁਛ ਦਿਖਾਇਆ ਜਾ ਰਿਹਾ। ਅੱਜ ਕੱਲ੍ਹ ਜਿਹੜਾ ਮੀਡੀਆ ਨੂੰ ਰੋਕਣਾ ਬਹੁਤ ਔਖਾ ਹੈ। ਜੇ ਅਸੀਂ ਫੇਸਬੁੱਕ 'ਤੇ ਨਹੀਂ ਲਾਵਾਂ ਤਾਂ ਇੰਸਟਾਗ੍ਰਾਮ 'ਤੇ ਪਾ ਦਿੰਦੇ ਆ, ਜੇ ਉੱਤੇ ਨਹੀਂ ਪਾਵਾਂਗੇ ਤਾਂ ਤੁਸੀਂ ਦੂਸਰੇ ਕੋਈ ਅਨੇਕਾਂ ਪਲੇਟਫਾਰਮ ਉਹਦਾ WhatsApp 'ਤੇ ਭੇਜੀ ਜਾਂਦੇ ਆ, ਉੱਤੇ ਵੇਖ ਲਓ ਤੁਸੀਂ ਜਿੱਦਾਂ ਵੀ ਆ, ਉਹ ਤਾਂ ਤੁਹਾਡਾ ਆਪਣਾ ਪਰਸਨਲ ਨੰਬਰ ਆ ਨਾ, ਉੱਤੇ ਤਾਂ ਕੋਈ ਕਿੰਤੂ ਪਰੰਤੂ ਨਹੀਂ ਕਰੂਗਾ ਜਿਹੜੀਆਂ ਚੀਜ਼ਾਂ ਆ ਰਹੀਆਂ। ਔਰ ਇਹ ਮੇਰਾ ਖਿਆਲ ਹੈ ਕਿ ਇਹ ਜਿਹੜਾ ਹੈਗਾ ਇਹ ਲੋਕਾਂ ਨੇ ਇਸ ਨੂੰ ਬੜਾ ਬੇਬਸ ਹੋ ਕੇ ਦੇਖਿਆ। ਔਰ ਕਈ ਥਾਂ 'ਤੇ ਇਹ ਵੀ ਨਿਊਜ਼ ਸਾਨੂੰ ਮਿਲੀਆਂ ਨੇ ਕਿ ਕਈ ਲੋਕਾਂ ਨੇ ਕੀ ਕੀਤਾ ਕਿ ਉੱਪਰ ਲਿਖ ਦਿੱਤਾ ਕੋਈ ਹੋਰ ਫਿਲਮ ਹੈ, ਇਹ ਵੀ ਟਾਈਟਲ ਬਦਲ ਦਿੱਤਾ, ਕੋਈ ਫਿਲਮ ਦਾ ਨਾਂ ਦੇ ਕੇ ਟਾਈਟਲ ਬਦਲ ਕੇ ਅੰਦਰ ਇਹ ਫਿਲਮ ਨਿਕਲੀ। ਲੋਕਾਂ ਨੇ ਡਾਊਨਲੋਡ ਕੀਤੀ ਕਿ ਉਹ ਫਿਲਮ ਦੇਖਣ ਜਿਹੜੀ ਟਾਈਟਲ ਆ, ਤੇ ਅੰਦਰੋਂ ਇਹ ਨਿਕਲੀ BBC ਦੀ ਡਾਕੂਮੈਂਟਰੀ। ਡੱਬਾ ਹੋਰ ਆ, ਫਿਲਮ ਵਿੱਚ ਹੋਰ ਆ, ਜਿਹੜਾ ਉੱਤੇ ਨਾਮ ਆ ਬਿਲਕੁਲ ਪੈਕਿੰਗ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ। ਟੈਕਨੀਕ ਬਹੁਤ ਲੋਕ ਜਾਣਦੇ ਆ, ਜਿਹੜੇ ਵੀ ਫੇਸਬੁੱਕ 'ਤੇ ਕੰਮ ਕਰ ਰਹੇ ਆ ਮੁੰਡੇ ਜਿਹੜੇ ਯੰਗ ਆ, ਬੜਾ ਕੁਝ ਜਾਣਦੇ ਆ। ਸ਼ਾਇਦ ਉਹ ਨੇਤਾ ਨਹੀਂ ਜਾਣਦੇ, ਸ਼ਾਇਦ ਉਹ ਦਿੱਲੀ ਦੇ ਤਖਤ 'ਤੇ ਬੈਠੇ ਜਾਂ ਉੱਧਰ ਉਹ ਨਹੀਂ ਜਾਣ ਦੇਣਗੇ, ਜਿਹੜੇ ਮੁੰਡਿਆਂ ਨੂੰ ਪਤਾ ਹੈਗਾ ਕਿੰਨਾ ਕ੍ਰਾਈਮ ਹੋ ਰਿਹਾ, ਕਿੰਨਾ ਕੁਛ ਹੋ ਰਿਹਾ। ਤੁਹਾਡੇ ਅਕਾਊਂਟ 'ਚੋਂ ਪੈਸਾ ਕੱਢ ਲੈਂਦੇ, ਤੁਹਾਡਾ ATM ਫੜ ਕੇ ਜਿਹੜਾ ਡੈਬਿਟ ਕਾਰਡ ਉਹਦੇ ਤੋਂ ਪੈਸਾ ਕਢਵਾ ਲੈਂਦੇ ਆ। ਉਦੋਂ ਕੌਣ ਦੇਖਦਾ ਹੈਗਾ? ਇੱਕ ਛੋਟੀ ਜਿਹੀ ਗੱਲ ਹੈ ਤੇ ਸਕਰੀਨਿੰਗ ਇਹਦੀ ਫਿਲਮ ਦੀ, ਇਹਨੂੰ ਪ੍ਰੀਵਿਊ ਕਰਨਾ, ਇਹਨੂੰ ਵੇਖਣਾ, ਬੜਾ ਕੁਝ। ਤੁਹਾਡੀ ਗੱਲ ਸਹੀ ਹੈ, ਟਾਈਟਲ ਬਦਲ ਦਿੰਦੇ ਆ, ਜਦੋਂ ਪ੍ਰੀਵਿਊ ਹੁੰਦੀ, ਜਦੋਂ ਚੱਲਦੀ ਉਦੋਂ ਹੋਰ ਫਿਲਮ ਆ। ਪਰ ਜਿਹੜੇ ਵੇਖ ਰਹੇ ਉਹ ਸ਼ਿਕਾਇਤ ਨਹੀਂ ਕਰਨਗੇ, ਉਹਨਾਂ ਨੂੰ ਪਤਾ, ਉਹਨਾਂ ਨੂੰ ਦਿੱਤੀ ਵੀ ਅੰਦਰ ਖਾਤੇ ਗਈ ਆ। ਇਹ ਮਤ ਸਮਝਣਾ ਕਿ ਇਹ ਲੋਕਾਂ ਨੇ ਨਹੀਂ ਵੇਖੀ, ਲੋਕਾਂ ਵੇਖ ਚੁੱਕੇ ਆ, ਪਤਾ ਲੋਕਾਂ ਨੂੰ ਕਿ ਕੀ ਕੁਛ ਇਹਦੇ ਅੰਦਰ ਹੈਗਾ। ਔਰ ਇਹ ਵੀ ਕਈ ਲੋਕ ਕਹਿੰਦੇ ਨੇ ਕਿ ਜਦੋਂ
ਇਹ ਸਾਰੇ ਹਾਲਾਤ ਵਾਪਰੇ ਸੀ ਆ ਉਦੋਂ ਵੀ ਕਈ ਪੱਤਰਕਾਰਾਂ ਨੇ ਕਈ ਲੋਕਾਂ ਨੇ ਉਦੋਂ ਵੀ ਪੁੱਛਗਿੱਛ ਕੀਤੀ ਸੀ ਔਰ ਉਹਦੇ ਬਾਰੇ ਵੀ ਨਿਊਜ਼ ਆਈਆਂ ਸੀ, ਸੋਸ਼ਲ ਮੀਡੀਆ ਤੇ ਵੀ ਚੱਲੀਆਂ ਸੀ ਔਰ ਕੁਝ ਇੱਕ ਵੀਡੀਓਜ਼ ਵੀ ਆਈਆਂ ਸੀ। ਕਈ ਲੋਕ ਇਹ ਵੀ ਦੱਸਦੇ ਨੇ ਕੋਈ ਸਟਿੰਗ ਆਪਰੇਸ਼ਨਸ ਵੀ ਕੀਤੇ ਗਏ ਨੇ, ਕਈ ਲੋਕ ਇਹ ਵੀ ਦੱਸਦੇ ਨੇ ਜੋ ਉਸ ਵੇਲੇ ਇਸ ਖੋਜਕਾਰੀ ਦੀ ਪੱਤਰਕਾਰਿਤਾ ਦੇ ਵਿੱਚ ਸ਼ਾਮਿਲ ਸੀਗੇ, ਇਨਵੈਸਟੀਗੇਟਿਵ ਜਰਨਲਿਜ਼ਮ ਕਰ ਰਹੇ ਸੀ। ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਨੇ ਕਿ ਕੁਝ ਨਾ ਕੁਝ ਉਦੋਂ ਵੀ ਇਹ ਗੱਲਾਂ ਸਾਹਮਣੇ ਆਈਆਂ ਨੇ। ਸਹੀ ਗੱਲ। ਤੇ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਨੇ, 2002 ਕਾਫੀ ਪੁਰਾਣੀ ਗੱਲ, ਕਮ ਸੇ ਕਮ 20 ਸਾਲ ਪੁਰਾਣੀਆਂ ਗੱਲਾਂ ਨੇ। ਉਦੋਂ ਵੀ ਕਹਿੰਦੇ ਨੇ ਇਹ ਗੱਲਾਂ ਸਾਹਮਣੇ ਆਈਆਂ ਨੇ। ਪਰ ਜਿਹੜੀ ਫਿਲਮ ਨੂੰ ਰੋਕਦੇ ਆ ਨਾ, ਜਿਹੜੀ ਨੂੰ ਜਿੱਥੇ ਬੈਨ ਲੱਗੂਗਾ ਉਹਨੂੰ ਲੋਕ ਜ਼ਿਆਦਾ ਵੇਖਣਾ ਚਾਹਣਗੇ। ਤੁਸੀਂ ਦੋ ਰਾਹ ਰੱਖੇ ਆ ਨਾ, ਇੱਕ ਨੂੰ ਕਿਹਾ ਵੀ ਇੱਧਰ ਨਹੀਂ ਜਾਣਾ ਤੇ ਦੂਜੇ ਤੇ ਲਿਖਿਆ ਇੱਧਰ ਜਾ ਸਕਦੇ ਜੇ, ਤੇ ਲੋਕ ਉੱਧਰ ਨੂੰ ਡਿੱਗਣਗੇ, ਭਾਵੇਂ ਉੱਧਰ ਖੂਹ ਹੈ ਜਾਂ ਕੁਝ ਵੀ ਹੈਗਾ। ਜਿਹੜੀ ਫਿਲਮ ਸ਼ਾਹਰੁਖ ਖਾਨ ਦੀ ਆ, ਇਹਦੇ ਤੇ ਰੌਲਾ ਪਿਆ ਤੇ ਬੜਾ ਕ੍ਰਿਟਿਸਾਈਜ਼ ਹੋਇਆ ਵੀ ਇਹ ਫਿਲਮ ਪਠਾਨ, ਔਰ ਸਭ ਤੋਂ ਜ਼ਿਆਦਾ ਗੇਨ ਉਹ ਕਰ ਗਈ ਇਸ ਵੇਲੇ, ਸਭ ਤੋਂ ਜ਼ਿਆਦਾ ਉਹ ਬਾਕਸ ਆਫਿਸ ਤੇ ਲੱਗੀ, ਉਹ ਇਸ ਵੇਲੇ ਕਿੰਨਾ ਪੈਸਾ ਲੈ ਗਈ ਆ। ਅਸੀਂ ਉਹਦੀ ਐਡਵਰਟਾਈਜ਼ਮੈਂਟ ਨਹੀਂ ਗੱਲ ਕਰਦੇ, ਅਸੀਂ ਗੱਲ ਇਹ ਕਰ ਰਹੇ ਹਾਂ ਕਿ ਜਿਹੜੀ ਫਿਲਮ ਨੂੰ ਰੋਕਿਆ ਜਾਂਦਾ, ਜਿਹਦੇ ਵਿੱਚ ਕਹਿੰਦੇ ਕਿ ਇਹਦੇ ਵਿੱਚ ਆਹ ਹੈਗਾ, ਇੱਕ ਕਾਸਟ ਬਾਰੇ ਬੋਲਿਆ ਗਿਆ, ਦੂਜੇ ਬਾਰੇ ਨਹੀਂ ਬੋਲਿਆ ਗਿਆ, ਔਰ ਇਕੁਐਲਿਟੀ ਨਹੀਂ, ਉਹ ਲੋਕ ਉਹਨੂੰ ਵੇਖਣਾ ਚਾਹੁੰਦੇ ਆ। ਲੋਕਾਂ ਦੇ ਵਿੱਚ ਕਿਉਰਿਓਸਿਟੀ ਜਾਗਦੀ ਆ, ਉਤਸੁਕਤਾ ਹੁੰਦੀ ਆ ਕਿ ਅਸੀਂ ਕਿਉਂ ਨਹੀਂ ਦੇਖਦੇ ਇਹਦੇ ਵਿੱਚ ਕੀ ਹੈਗਾ, ਕਿੰਨੇ ਕੁ ਪੈਸੇ ਲੱਗਦੇ ਆ। ਲੋਕਾਂ ਨੇ ਉਹ ਥੀਏਟਰ ਭਰੇ ਪਏ, ਲੋਕ ਵੇਖ ਵੇਖ ਕੇ ਕਰੋੜਾਂ ਦਾ ਬਜਟ ਆ ਗਿਆ, ਉਹਦੇ 'ਚ ਕਿੰਨਾ ਪੈਸਾ ਇਨਵੈਸਟ ਹੋਇਆ ਸੀ, ਉਦੋਂ ਕਈ ਗੁਣਾ ਉਹਨਾਂ ਨੇ ਆਪਣਾ ਗੇਨ ਕਰ ਲਿਆ। ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚ ਗੈਂਗ ਵਾਰ ਹੋਈ ਹੈ, ਗੈਂਗਸਟਰਸ ਆਪਸ ਦੇ ਵਿੱਚ ਭਿੜੇ ਨੇ ਔਰ ਉਸ ਸਿਲਸਿਲੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ। ਲਾਰੈਂਸ ਗਰੁੱਪ ਔਰ ਤੇ ਜੱਗੂ ਭਗਵਾਨਪੁਰੀ, ਇਹ ਦੋਨੋਂ ਗਰੁੱਪਸ ਦੀ ਆਪਸ ਵਿੱਚ ਝੜਪ ਹੋਈ ਹੈ ਤੇ ਉਹਦੇ ਰਿਜ਼ਲਟਸ ਮੰਦਭਾਗੇ ਨਿਕਲੇ ਨੇ। ਵੀਡੀਓ ਵਾਇਰਲ ਹੋਈ ਹੈ ਤੇ ਪੁਲਿਸ ਕਰਮਚਾਰੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਕਿ ਜੇਲ੍ਹ ਦੇ ਅੰਦਰ ਇਹ ਘਟਨਾ ਹੋ ਗਈ ਔਰ ਉਹਨਾਂ ਮੁੰਡਿਆਂ ਨੇ ਉਹ ਵੀਡੀਓ ਬਣਾਈ ਉਸ ਘਟਨਾ ਤੋਂ ਬਾਅਦ ਤੇ ਫਿਰ ਉਹ ਵਾਇਰਲ ਹੋਈ ਵੀਡੀਓ, ਤਾਂ ਉਸ ਤੋਂ ਬਾਅਦ ਇਹ ਗੱਲਾਂ ਸਾਹਮਣੇ ਆਈਆਂ ਨੇ। ਤਾਂ ਪੁਲਿਸ ਕਰਮੀਆਂ ਨੂੰ ਵੀ ਸਸਪੈਂਡ ਕੀਤਾ ਗਿਆ, ਉਹਨਾਂ ਦੇ ਉੱਤੇ ਵੀ ਐਕਸ਼ਨ ਲਿੱਤਾ ਗਿਆ ਹੈ। ਹਾਂ, ਵੈਸੇ ਜਿਹੜੀ ਇਹ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੀ ਹੈਗੀ ਹੈ, ਬੜੀ ਦੇਰ ਤੋਂ ਹੀ ਇਹ ਚਰਚਾ 'ਚ ਰਹੀ ਹੈ। ਕਈ ਵਾਰੀ ਤੇ 'ਚੋਂ ਮੋਬਾਈਲ ਫੜੇ ਗਏ, ਕਈ ਵਾਰੀ 'ਚੋਂ ਡਰੱਗਸ ਨਸ਼ੇ ਫੜੇ ਗਏ ਆ, ਉਹਦੇ ਵਿੱਚ ਕਈ ਵਾਰੀ ਲੜਾਈਆਂ ਹੋਈਆਂ। ਪਰ ਐਤਕੀ ਜਿਹੜਾ ਬਹੁਤ ਵੱਡਾ ਜਿਹੜਾ ਚਰਚਾ ਦਾ ਮੁੱਦਾ ਬਣ ਗਿਆ ਉਹ ਇਹ ਸੀ ਕਿ ਉਹ ਮੁੰਡੇ ਅੰਦਰ ਆ ਗਏ ਆ, ਅੰਦਰ ਆ ਕੇ ਉਹਨਾਂ ਨੇ ਗੋਲੀ ਵੀ ਚਲਾਈ ਆ, 2 ਮੁੰਡੇ ਮਾਰ ਵੀ ਦਿੱਤੇ ਆ, ਜਿਹਦੇ 'ਚ ਉਹ ਫੜੇ ਇਸ ਕਰਕੇ ਗਏ ਸੀ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਉਹ ਫੜੇ ਸੀ, ਇੱਕ ਤੂਫਾਨ ਤੇ ਇੱਕ ਮਨਮੋਹਨ ਸਿੰਘ ਮੋਹਣਾ, ਉਹ 2 ਮੁੰਡੇ ਮਾਰ ਦਿੱਤੇ ਗਏ। ਫਿਰ ਉਹਨਾਂ ਦੀ ਉਹਨਾਂ ਕੋਲ ਖਲੋ ਕੇ ਵੀਡੀਓ ਬਣਾਈ ਆ ਔਰ ਉਹਦੇ ਵੀਡੀਓ ਬਣਾਉਣ ਤੋਂ ਬਾਅਦ ਉਹਨਾਂ ਨੇ ਵਾਇਰਲ ਕੀਤੀ ਆ। ਪਰ ਪੁਲਿਸ ਅਫਸਰ ਜਿਹੜੇ ਉੱਥੇ ਨੇ, ਜੇਲ੍ਹ ਸੁਪਰਡੈਂਟ ਹੈਗੇ ਆ, ਜਿਹੜੇ ਮੁਖੀ ਨੇ ਉੱਥੋਂ ਦੇ, ਉਹਦੇ ਸਹਾਇਕ ਨੇ, ਉਹ 7 ਬੰਦੇ ਉਹ ਮੂਕ ਦਰਸ਼ਕ ਬਣ ਕੇ ਵੇਂਦੇ ਰਹੇ। ਉਹਨਾਂ ਨੇ ਕੋਈ ਇੰਟਰਫੇਅਰ ਨਹੀਂ ਕੀਤਾ, ਕੋਈ ਉਹਨਾਂ ਕੋਲ ਰੋਕਿਆ ਨਹੀਂ ਵੀ ਤੁਸੀਂ ਕੌਣ ਜੇ। ਔਰ ਉਹਨਾਂ ਨੇ ਕਿਹਾ ਕਿ ਜੱਗੂ ਭਗਵਾਨਪੁਰੀਏ ਵਾਲਾ ਉਹੀ ਸਾਰਾ ਕੁਝ ਕਰਾਂਗੇ। ਲਾਰੈਂਸ ਬਿਸ਼ਨੋਈ ਵਾਲਾ ਜਿਹੜਾ ਚੱਕਰ ਸੀ, ਉਹਦੇ ਵਿੱਚ 2 ਗਰੁੱਪ ਉਹਦੇ ਵਿੱਚ ਆ ਕੇ ਵੜੇ ਆ ਔਰ ਉਹਨਾਂ ਨੇ ਜਿਹੜੇ ਐਂਟੀ ਗਰੁੱਪ ਦੇ 2 ਮੁੰਡੇ ਮਾਰ ਦਿੱਤੇ ਆ। ਪਰ ਉਹਦੇ ਵਿੱਚ ਜਦੋਂ ਇਹ ਤਨਖਾਹਾਂ ਲੈ ਰਹੇ ਆ, ਜਦੋਂ ਸਿਕਿਉਰਿਟੀ ਉੱਥੇ ਹੈਗੀ ਆ, ਇਹਨਾਂ ਕੋਲ ਬੰਦੂਕਾਂ ਵੀ ਆ, ਸਾਰਾ ਕੁਝ ਲੈਸ ਹੈਗੇ ਆ, ਤੇ ਜੇ ਇਹਨਾਂ ਨੇ ਉਹਨਾਂ ਨੂੰ ਮੋੜਵਾਂ ਜਵਾਬ ਨਹੀਂ ਦਿੱਤਾ ਤਾਂ ਫਿਰ ਕਾਹਦੇ ਲਈ ਜਿਹੜੀ 2-2 ਲੱਖ ਰੁਪਏ ਤਨਖਾਹ ਲੈ ਰਹੇ ਆ। ਔਰ ਉਦੋਂ ਬਾਅਦ ਇਹਨਾਂ 'ਤੇ ਐਕਸ਼ਨ ਹੋਇਆ। IG ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ, ਗਿੱਲ ਸਾਹਿਬ ਨੇ, ਉਹਨਾਂ ਨੇ ਐਕਸ਼ਨ ਤਬਦੀਸ਼ ਕੀਤੀ। ਫਿਰ ਵੇਖਿਆ ਉੱਥੇ ਵੀ ਕਿਹੜੀ ਜਗ੍ਹਾ 'ਤੇ ਕੀ ਕੁਛ ਹੈ, ਉਹਨਾਂ ਦੇ ਡੈੱਡ ਬੋਡੀ ਪਈਆਂ ਔਰ ਉਹਦੇ ਵਿੱਚ ਉਹ ਖੜ੍ਹੇ ਆ, ਉਹ ਮਾਰ ਕੇ ਉਹਨਾਂ ਨੂੰ ਖਲੋ ਕੇ ਉਹਦੀ ਫਿਲਮ ਬਣਾ ਰਹੇ ਆ, ਉਹਦਾ ਸਾਰਾ ਕੁਝ ਕਰ ਰਹੇ ਆ, ਬੋਲ ਵੀ ਰਹੇ ਆ, ਉਹਨਾਂ ਨੇ ਬਿਆਨ ਵੀ ਦਿੱਤੇ ਆ। ਦੇਖੋ ਦਿਨ ਦਿਹਾੜੇ ਕੀ ਕੁਛ ਹੋਇਆ। ਤੀਜੀ ਗੱਲ ਇਹ ਹੈਗੀ ਆ ਕਿ ਇਹ ਗੁਰੂਆਂ ਦੀ ਧਰਤੀ ਆ, ਗੁਰੂ ਅਮਰਦਾਸ ਜੀ ਨੇ ਵਸਾਇਆ ਇਹ ਸ਼ਹਿਰ ਹੈ ਗੋਇੰਦਵਾਲ ਸਾਹਿਬ, ਸਿੱਖੀ ਦਾ ਧੁਰੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੰਗਰ ਦੀ ਪ੍ਰਥਾ ਇੱਥੋਂ ਚੱਲੀ ਆ ਔਰ ਇੱਥੇ ਜਾ ਕੇ ਇੱਦਾਂ ਦੀਆਂ ਕਾਰਵਾਈਆਂ, ਇੱਦਾਂ ਦੀਆਂ ਜਿਹੜੀਆਂ ਛੋਟੀਆਂ ਜਾਂ ਨੁਕਸਾਨ ਵਾਲੀਆਂ ਘਟਨਾਵਾਂ ਹੁੰਦੀਆਂ ਨੇ, ਇਹ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਹੈ ਜਦੋਂ ਬਣਾਇਆ ਉੱਥੇ। ਵੈਸੇ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੇ ਇੱਦਾਂ ਦੀ ਜੇਲ੍ਹ ਜੂਲ ਨਹੀਂ ਬਣਾਉਣੀ ਚਾਹੀਦੀ। ਕਿੰਨੇ ਸ਼ਹਿਰ ਹੈਗੇ ਪੰਜਾਬ 'ਚ, ਕਿੰਨੀ ਜਗ੍ਹਾ 'ਤੇ ਹੈਗੀ ਹੈ। ਕੁਝ ਬਣਾਉਣਾ ਇੱਥੇ ਯੂਨੀਵਰਸਿਟੀ ਬਣਾਓ, ਕੋਈ ਸਕੂਲ ਬਣਾਓ, ਕੋਈ ਅੱਛੀ ਚੀਜ਼ ਬਣਾਓ, ਕੋਈ ਧਾਰਮਿਕ ਸਥਾਨ ਬਣਾਓ। ਇਹ ਤੁਸੀਂ ਜੇਲ੍ਹਾਂ ਬਣਾਤੀਆਂ, ਥਾਣੇ ਬਣਾਤੇ ਤੇ ਹੈ ਨਾ, ਕੈਦੀ ਆਉਂਦੇ ਆ, ਮੁੰਡੇ ਦਿਨ ਦਿਹਾੜੇ ਆਉਂਦੇ ਇੱਥੇ, ਗੋਲੀਆਂ ਚਲਾਉਂਦੇ ਆ ਔਰ ਇਹ ਲੋਕ ਤੁਹਾਡਾ ਕੀ ਖਿਆਲ ਸ਼ਾਂਤ ਬੈਠੇ ਹੋਣਗੇ? ਸ਼ਰਧਾਲੂ ਕਿੱਥੋਂ ਆਉਂਦੇ ਵਿਚਾਰੇ ਗੱਡੀਆਂ 'ਤੇ, ਕਿੱਡੀ ਕਿੱਡੀ ਦੂਰੋਂ ਆਉਂਦੇ ਆ ਔਰ ਦਰਿਆ ਦੇ ਕੰਢੇ 'ਤੇ ਵਸਿਆ ਇਹ ਸ਼ਹਿਰ ਆ। ਪਰ ਉਹਦੇ ਵਿੱਚ ਇਹ ਦੇਖੋ ਕੀ ਨਾਲ ਖਡੂਰ ਸਾਹਿਬ ਹੈ, ਉਹ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ ਧਰਤੀ ਆ। ਹੁਣ ਉੱਥੇ ਤਾਂ ਬੜੀਆਂ ਅੱਛੀਆਂ ਚੀਜ਼ਾਂ ਬਾਬਾ ਸੇਵਾ ਸਿੰਘ ਜੀ ਨੇ ਬੈਠੇ ਉੱਥੇ, ਉਹਨਾਂ ਬੜਾ ਕੁਝ ਉੱਥੇ ਬਣਾਇਆ ਔਰ ਇਹਦੇ ਵਿੱਚ ਇਹਨਾਂ ਨੇ ਜੇ ਸਰਕਾਰ ਸੋਚਦੀ ਹੈ ਤਾਂ ਕਈ ਵਾਰੀ ਕਈ ਉਲਟੇ ਕੰਮ ਕਰ ਦਿੰਦੀ ਹੈ। ਇਹ ਜਿਹੜਾ ਕੰਮ ਹੈ ਇਹਨੇ, ਮੈਂ ਨਹੀਂ ਕਹਿ ਰਿਹਾ, ਇਹਦੇ 'ਚ ਬੜੇ ਲੌਜਿਕ ਜਿਹੜੇ ਜਿਹਨੇ ਸੂਝਵਾਨ ਨੇ ਉਹਨਾਂ ਨੇ ਕਿਹਾ ਕਿ ਜਦੋਂ ਗੋਇੰਦਵਾਲ ਸਾਹਿਬ ਦਾ ਨਾਂ ਆਉਂਦਾ ਤੇ ਇਹ ਜਦੋਂ ਵਾਰਤਾ ਆ ਜਾਂਦੀ ਸਾਹਮਣੇ ਤੇ ਲੋਕਾਂ ਨੂੰ ਤਾਂ ਇਹ ਹੋਣਾ ਚਾਹੀਦਾ ਸੀ ਗੁਰੂ ਅਮਰਦਾਸ ਜੀ ਦੀ ਬਾਣੀ ਆ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਬੌਲੀ ਸਾਹਿਬ ਇਸ਼ਨਾਨ ਕਰਦੇ 84 ਪੌੜੀਆਂ ਦੀਆਂ, ਕਿੰਨਾ ਵੱਡਾ ਇਤਿਹਾਸਕ ਜਗ੍ਹਾ, ਕਿੰਨੀ ਧਾਰਮਿਕ ਸਥਾਨ, ਉਹਦੇ 'ਤੇ ਆਹ ਬਣਾਤਾ ਔਰ ਉਹਨਾਂ ਵਾਇਰਲ ਹੋਈ ਆ। ਹੁਣ 7 ਜਿਹੜੇ ਆਫੀਸਰ ਆ ਉਹ ਵੇਖਦੇ ਰਹੇ, ਉੱਦਾਂ ਹੀ ਉਹ ਮੂੰਹ ਬੰਦ ਕਰਕੇ ਖਲੋਤੇ ਰਹੇ
ਤੁਸੀਂ ਮਰਨਾ ਜਾਂ ਨਹੀਂ ਮਰਨਾ ਜੋ ਕੁਝ ਹੈਗਾ ਤੁਸੀਂ ਘੱਟੋ ਘੱਟ ਉਹਨੂੰ ਰੋਕੋ ਤਾਂ ਸਹੀ ਕਿ ਜਿਹੜੇ ਬੰਦੇ ਆ ਗਏ ਕੀ ਕੁਝ ਕਰ ਰਹੇ ਆ, ਕਿਉਂ ਕਰ ਰਹੇ ਆ। ਔਰ ਉਹਦੇ ਵਿੱਚ ਜਿਹੜੇ ਮੁੰਡਿਆਂ ਨੂੰ ਮਾਰਿਆ ਗਿਆ, 2 ਮੁੰਡੇ ਤਾਂ ਜਾਨੋਂ ਮਾਰਤੇ ਜੀ। ਹੁਣ ਉਹਦੀ ਸਿਕਿਉਰਿਟੀ ਕੀ ਕਰ ਰਹੀ ਹੈ, ਉਹਦੇ ਵਿੱਚ ਕੀ ਜਿਹੜਾ ਮੁਖੀ ਹੈਗਾ ਸੈਂਟਰਲ ਜੇਲ੍ਹ ਦਾ ਉਹ ਕੀ ਕਰ ਰਿਹਾ ਹੈਗਾ, ਉਹਦੀਆਂ ਕੰਧਾਂ ਕਿੰਨੀ ਉੱਚੀਆਂ, ਕਿੱਧਰ ਦੀ ਵੜੇ ਆ, ਦਰਵਾਜ਼ੇ ਵੱਲ ਦੀ ਅੰਦਰ ਗਏ ਆ, ਤੇ ਉਹਦਾ ਜਿਹੜਾ ਸਿਕਿਉਰਿਟੀ ਮੈਨ ਆ ਬੰਦੂਕ ਫੜੀ ਉਹਨੇ, ਉਹਨੂੰ ਲੋਡਡ ਹੈਗੀ ਆ, ਕਿਉਂ ਨਹੀਂ ਚਲਾਈ ਉਹਨੇ। ਇਹ ਸਾਰਾ ਕੁਝ ਉਹਨਾਂ 'ਤੇ ਮੜਿਆ ਗਿਆ ਔਰ ਉਹਨਾਂ ਨੂੰ ਕੁਝ ਤਾਂ ਮੁਅੱਤਲ ਕਰਤੇ ਆ, ਕਈ ਕੋਈ ਟਰਮੀਨੇਟ ਕੀਤੇ, ਕੋਈ ਸਸਪੈਂਡ ਕੀਤੇ ਆ। ਔਰ ਉਹ ਦੇਖੋ ਕੀ ਕੁਝ ਕਰਕੇ, ਔਰ ਇਹਦੇ ਨਾਲ ਕੀ ਮੈਸੇਜ ਗਿਆ ਗੋਂਦਵਾਲ ਸਾਹਿਬ ਤੋਂ, ਜਿਹੜਾ ਮੈਸੇਜ ਲੋਕਾਂ ਤੱਕ ਗਿਆ ਵਾ ਉਹ ਜਾਣਾ ਨਹੀਂ ਸੀ ਚਾਹੀਦਾ। ਔਰ ਇਸੇ ਤਰ੍ਹਾਂ ਮੁਕਤਸਰ ਦੀ ਜੇਲ੍ਹ 'ਚ ਵੀ ਹੋਇਆ, ਲੁਧਿਆਣੇ ਵਾਲੀ ਜੇਲ੍ਹ 'ਚ ਵੀ ਹੋਇਆ। ਔਰ ਇਹਦੇ ਵਿੱਚ ਘੱਟੋ ਘੱਟ ਜਦੋਂ ਦੀ ਇਹ ਸਰਕਾਰ ਆ ਗਈ ਉਦੋਂ ਦਾ ਵੈਸੇ ਆਪੋਜੀਸ਼ਨ ਤੇ ਕਹਿ ਰਹੀ ਹੈ ਕਿਤੇ ਵੀ ਕੋਈ ਪੀਸਫੁਲੀ, ਕਿਤੇ ਵੀ ਕੋਈ ਧਿਆਨ ਨਾਲ, ਕੋਈ ਆਰਾਮ ਨਾਲ ਨਹੀਂ ਬਹਿ ਸਕਿਆ। ਦਿਨ ਦਿਹਾੜੇ ਸਾਰਾ ਕੁਝ ਹੋ ਰਿਹਾ। ਔਰ ਮੇਰਾ ਖਿਆਲ ਹੈ ਇਹਦੇ ਵਿੱਚ ਕਈ ਚੀਜ਼ਾਂ ਰਲ ਕੇ ਸਾਰਾ ਕੁਝ ਹੁੰਦਾ। ਇਹਦੇ ਵਿੱਚ ਨੌਜਵਾਨ ਵੀ ਰਲੇ ਆ, ਇਹ 'ਚ ਆਪੋਜੀਸ਼ਨ ਵੀ ਰਲੀ ਆ, ਜਿਹੜੀ ਸਰਕਾਰ ਮੌਜੂਦਾ ਉਹਦੇ ਕੋਲ ਵੀ ਕੁਝ ਨਹੀਂ ਹੋ ਰਿਹਾ। ਔਰ ਜਿਹੜੀ ਸਮਰੱਥ ਸਰਕਾਰ ਹੁੰਦੀ ਹੈ ਜਿਹਨੇ ਕਰਨਾ ਹੁੰਦਾ ਉਹ ਕਰ ਲੈਂਦੀ ਬੜਾ ਕੁਝ। ਜੀ ਬਲਕਾਰ ਜੀ, ਸਿੱਧੂ ਮੂਸੇਵਾਲਾ ਉਹਨਾਂ ਦਾ ਕਤਲ ਹੋ ਚੁੱਕਾ ਹੈ, ਕਾਫੀ ਸਮਾਂ ਬੀਤ ਚੁੱਕਾ ਹੈ, ਕਿਉਂਕਿ ਗੈਂਗਸ ਦੇ ਨਾਲ, ਗੈਂਗਸਟਰਸ ਦੇ ਨਾਲ ਜੁੜਿਆ ਮਸਲਾ ਹੈ। ਤੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਜੀ ਹੁਣ ਬਿਲਕੁਲ ਨਿਰਾਸ਼ ਨੇ, ਕਹਿੰਦੇ ਨੇ ਮੈਨੂੰ ਕੋਈ ਉਮੀਦ ਨਹੀਂ ਕਿ ਕੋਈ ਆਵਾਜ਼ ਚੁੱਕੇਗਾ, ਕੋਈ ਨਿਆਂ ਮਿਲੇਗਾ। ਤਾਂ ਇਸ ਤਰ੍ਹਾਂ ਦੀ ਸਾਰੀ ਗੱਲਬਾਤ ਹੋ ਰਹੀ ਹੈ। ਤੇ ਵਿਰੋਧੀ ਧਿਰਾਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਸਰਕਾਰ ਕਿਸ ਗੱਲ ਦੀ ਉਡੀਕ ਕਰਦੀ ਪਈ ਹੈ ਕਿ ਕੋਈ ਹੋਰ ਵਾਰਦਾਤ ਹੋਵੇ ਤਾਂ ਉੱਠੇਗੀ, ਨੀਂਦ ਤੋਂ ਜਾਗੇਗੀ। ਇਹ ਸਾਰੀਆਂ ਗੱਲਾਂ, ਤਮਾਮ ਗੱਲਾਂ ਚੱਲਦੀਆਂ ਪਈਆਂ। ਹੁਣੇ ਜਦੋਂ ਕਿਸੇ ਸਮਾਗਮ 'ਤੇ ਉਹ ਇਕੱਠੇ ਹੋਏ ਸੀਗੇ ਔਰ ਉਹਦੇ 'ਚ ਗਾਇਕ ਵੀ ਸੀਗੇ ਪੰਜਾਬ ਦੇ ਬੜੇ ਸੁਪ੍ਰਸਿੱਧ। ਔਰ ਜਦੋਂ ਉਹਨਾਂ ਨੇ, ਇਹਨਾਂ ਦੇ ਫਾਦਰ ਬਲਕੌਰ ਸਿੰਘ ਉਹਨਾਂ ਨੇ ਦੇਖਿਆ ਉਹਨਾਂ ਸਾਰੇ ਗਾਇਕਾਂ ਨੂੰ, ਪਰ ਉਹਨਾਂ ਨੂੰ ਯਾਦ ਆ ਗਈ ਆਪਣੇ ਬੇਟੇ ਦੀ। ਔਰ ਉਹਨਾਂ ਨੇ ਕਿਹਾ ਕਿ 1 ਸਾਲ ਹੋ ਗਿਆ, ਸਾਲ ਦੇ ਵਿੱਚ ਦੇਖ ਲਓ ਕਿਸੇ ਪਾਸੇ ਵੀ ਜਾਂਦੇ ਉਹ ਕੇਸ ਨਹੀਂ ਲੱਗਿਆ, ਜਿਹਦੇ ਵਿੱਚ ਵੀ ਅਜੇ ਤੱਕ ਜੇ ਜੇਲ੍ਹਾਂ ਵਿੱਚ ਹੈਗੇ ਜਾਂ ਉਸ ਪਾਸੇ ਜੁਡੀਸ਼ਰੀ ਨੇ ਕੁਝ ਨਹੀਂ ਕੀਤਾ। ਔਰ ਰਹਿੰਦੀ ਗੱਲਾਂ ਦੇ ਜਿਹੜੀ ਪੰਜਾਬ ਸਰਕਾਰ ਆ ਇਹਨੇ ਤਾਂ ਅਜੇ ਤੱਕ ਇਹਨਾਂ 'ਤੇ ਮੈਨੂੰ ਕੋਈ ਉਮੀਦ ਨਹੀਂ ਕਰਨ ਜਾਂ ਨਾ ਕਰਨ। ਕਾਂਗਰਸ ਨੇ ਵੀ ਆਂਦੇ ਉਹ 'ਚ ਹਮਾਇਤ ਨਹੀਂ ਕੀਤੀ, ਕਿਉਂਕਿ ਕਾਂਗਰਸ ਦੀ ਟਿਕਟ 'ਤੇ ਸਿੱਧੂ ਮੂਸੇਵਾਲੇ ਨੇ ਇਲੈਕਸ਼ਨ ਲੜੀ ਸੀ ਔਰ ਉਹ 'ਚ ਸਾਰਾ ਕੁਝ ਉਹਨਾਂ ਨੇ ਕਾਂਗਰਸ ਨੂੰ ਸੌਂਪ ਦਿੱਤਾ ਸੀਗਾ। ਔਰ ਉਹਨਾਂ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਜੀ ਭਾਰਤ ਜੋੜੋ ਯਾਤਰਾ 'ਤੇ ਆਏ ਆ, ਬਾਕਾਇਦਾ ਤੌਰ 'ਤੇ ਇਹ ਮਿਲੇ ਉਹਨਾਂ ਨੂੰ ਔਰ ਉਹਨਾਂ ਨੂੰ ਕਿਹਾ ਕਿ ਮੈਂ ਸਿੱਧੂ ਮੂਸੇਵਾਲੇ ਦੇ ਫਾਦਰ ਹਾਂ, ਮੇਰੇ ਬੇਟੇ ਨੂੰ ਦੇਖੋ ਕਿਸ ਤਰ੍ਹਾਂ ਤਸ਼ੱਦਦ ਨਾਲ, ਕਿਸ ਤਰ੍ਹਾਂ ਮਾਰਿਆ ਗਿਆ ਦਿਨ ਦਿਹਾੜੇ, ਔਰ ਉਹਦੇ 'ਤੇ ਤੁਸੀਂ ਥੋੜ੍ਹਾ ਬਹੁਤ ਮਿਲ ਕੇ ਕਰੋ ਕੰਮ ਤੇ ਅਸੀਂ ਤੁਹਾਡੇ ਨਾਲ ਹਾਂ। ਔਰ ਉਹਦੇ ਤੋਂ ਬਾਅਦ ਉਹ ਕਾਂਗਰਸ ਵੱਲੋਂ ਤੋਂ ਕੀ ਹੋਣਾ ਸੀ, ਕਿਉਂਕਿ ਪੰਜਾਬ ਵਿੱਚ ਤਾਂ ਉਹਨਾਂ ਦੀ ਆਪਸੀ ਲੜਾਈ ਜਿਹੜੀ ਹੈ ਬਹੁਤ ਹੈਗੀ ਆ, ਉਹ ਗੁੱਥੋਂ ਗੁੱਥਾ ਆਪ ਹੀ ਹੁੰਦੇ ਆ। ਔਰ ਜਿਹੜੇ ਇਹਨਾਂ ਦੇ ਮੁੱਖ ਨੇਤਾ ਸੀ ਕੁਝ ਤਾਂ ਜੇਲ੍ਹਾਂ 'ਚ ਬੈਠੇ ਆ, ਕੁਝ ਦਿੱਲੀ 'ਚ ਜਾ ਕੇ ਬਹਿ ਗਏ ਆ, ਪਾਰਟੀ ਛੱਡ ਕੇ ਬਹਿ ਗਏ। ਉਹਦੇ ਵਿੱਚ ਹੁਣ ਜਿਹੜੇ ਵੀ ਹੈਗੇ ਆ ਉਹ ਉਹਨਾਂ ਨੇ ਇੰਨਾ ਐਕਸ਼ਨ ਨਹੀਂ ਲਿਆ, ਉਹਨਾਂ ਨੂੰ ਇਸ ਗੱਲ ਦਾ ਨਿਰਾਸ਼ਾ ਹੋਈ ਆ। ਔਰ ਗਾਇਕਾਂ ਦੇ ਵਿੱਚੋਂ ਗੁਰਦਾਸ ਮਾਨ ਜੀ ਗਏ ਉੱਥੇ, ਬਾਕਾਇਦਾ ਉਹਨਾਂ ਨਾਲ ਹਮਦਰਦੀ ਸ਼ੋਅ ਕੀਤੀ ਔਰ ਨਾਲ ਬਾਕੀ ਵੀ ਜਿੰਨੇ ਗਾਇਕ ਨੇ ਪੰਜਾਬ ਦੇ ਉਹਨਾਂ ਨੇ ਕਿਹਾ। ਪਰ ਹੁਣ ਜਿਹੜੇ ਗਾਇਕ ਨੇ ਵਿਚਾਰੇ ਕੀ ਕਰ ਸਕਦੇ, ਜੇ ਕਰਨਾ ਤਾਂ ਅਥਾਰਟੀ ਨੇ ਕਰਨਾ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੀ ਜਾਇਦਾਦ, ਜਿੰਨੀ ਪ੍ਰਾਪਰਟੀ ਹੈ, ਸਾਰੀ ਕੁਝ ਜਿਹੜੀ ਮੇਰੇ ਕੋਲ ਪਈ ਇਹਨਾਂ ਦੀ, ਮੈਂ ਵੀ ਉਹ ਕਿਸੇ 'ਤੇ ਨਾਂ 'ਤੇ ਲਾ ਸਕਦਾ ਵਾਂ, ਪਰ ਮੈਨੂੰ ਘੱਟੋ ਘੱਟ ਉਹ ਦੋਸ਼ੀ ਬੰਦਿਆਂ ਨੂੰ ਤੋਂ ਫੜਾ ਕੇ ਦੱਸਿਆ ਜਾਵੇ ਵੀ ਇਹਨਾਂ ਨੇ ਕਤਲ ਕੀਤਾ, ਜਿਸ 'ਚੋਂ 8 ਮੁੰਡੇ ਸੀਗੇ। ਦਿਨ ਦਿਹਾੜੇ ਉਹਨਾਂ ਨੇ ਉਹਦੀ ਥਾਰ ਗੱਡੀ 'ਚ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਹੈ। ਔਰ ਦੇਖੋ ਇਹਦੇ ਫਾਦਰ ਇੰਨੇ ਪਰੇਸ਼ਾਨ ਤਾਂ ਹੈ ਨੇ, ਜਿਨ੍ਹਾਂ ਦਾ ਇਕਲੌਤਾ ਬੱਚਾ ਚਲੇ ਗਿਆ, ਜਿਹਦਾ ਉਦੋਂ ਜਨਮ ਦਿਨ ਸੀਗਾ, ਉਹਦਾ ਵਿਆਹ ਵੀ ਸੀਗਾ ਔਰ ਖੁਸ਼ੀ ਦੀਆਂ ਜਿਹੜੀਆਂ ਤਰੀਕਾਂ ਸੀਗੀਆਂ ਉਹ ਜਾ ਕੇ ਕਿਸ ਜਿਹੜੀਆਂ ਆ ਕੇ ਉਹਦੇ ਵਿੱਚ ਬਦਲ ਗਈਆਂ, ਜਿਹੜੀ ਉਹਨਾਂ ਨੇ ਨਹੀਂ ਸੀ ਸੋਚਿਆ ਕਦੀ ਕਿ ਇੰਨਾ ਜਿਹੜਾ ਸਾਰਾ ਨੁਕਸਾਨ ਹੋ ਜੂ ਸਾਰੇ ਘਰ ਦਾ। ਉਹਨਾਂ ਨੂੰ ਇਹ ਸਮਝ ਆ ਗਈ ਕਿ ਇਹ ਗਿਣੀ ਮੱਥੀ ਚਾਲ ਵੀ ਆ, ਕੁਛ ਨਾ ਕੁਛ ਜਿਹੜਾ ਪਲਾਨਿੰਗ ਨਾਲ ਕੀਤਾ ਗਿਆ ਹੈਗਾ। ਉਦੋਂ ਕਿੰਨਾ ਰੌਲਾ ਪਿਆ ਕਿ ਰਾਈਫਲਾਂ ਜਿਹੜੀਆਂ ਉੱਥੋਂ ਰਸ਼ੀਆ 'ਚੋਂ ਆ ਗਈਆਂ, ਜੋ 90 ਆ ਉਹ ਵਾ, ਉਹਦੇ 'ਚ ਰਾਊਂਡ ਚੱਲੇ ਆ। ਉਦੋਂ ਬਾਅਦ ਨਾ ਤਾਂ ਪੁਲਿਸ ਨੇ ਕੁਛ ਕੀਤਾ, ਦਿਨ ਦਿਹਾੜੇ ਮਾਰ ਕੇ ਤੇ ਮੋਗੇ ਵੱਲ ਨੂੰ ਚਲੇ ਗਏ। ਮੋਗੇ 'ਚ ਬਲੋਰੋ ਗੱਡੀ ਵੀ ਫੜੀ ਗਈ, ਕਈ ਕੁਛ ਫੜਿਆ, ਬੰਦਾ ਨਹੀਂ ਕੋਈ ਫੜਿਆ ਗਿਆ ਉਸੇ ਟਾਈਮ 'ਤੇ ਵੀ ਕਿੱਧਰ ਨੂੰ ਜਾ ਰਹੇ ਆ, ਕਿੱਧਰ ਨੂੰ ਫੜਨੇ ਚਾਹੀਦੇ ਆ। ਪੁਲਿਸ ਤੇ ਨਾਕੇ ਖੰਨਾ ਜੀ, ਜਦੋਂ ਤੁਸੀਂ ਨੋਰਮਲ ਤਰੀਕੇ ਨਾਲ ਗੱਡੀ ਚਲਾ ਕੇ ਜਾਂਦੇ ਜੀ, 20 ਥਾਂ 'ਤੇ ਤੁਹਾਡੀ ਗੱਡੀ ਨੂੰ ਚੈੱਕ ਕੀਤਾ ਜਾਂਦਾ, ਉੱਤੇ ਕਈ ਥਾਂ ਚਲਾਨ ਹੁੰਦਾ, ਕਈ ਥਾਂ 'ਤੇ ਤੁਹਾਡੀ ਡਿੱਕੀ ਨੂੰ ਫੋਲਿਆ ਜਾਂਦਾ। ਉਦੋਂ ਨਹੀਂ ਉਹਨਾਂ ਨੂੰ ਫੋਲਿਆ ਕਿ ਜਦੋਂ ਆ ਰਹੇ ਵੈਪਨ ਲੈ ਕੇ। ਇਹ ਵੀ ਬੜੀ ਇਸ ਤਰ੍ਹਾਂ ਦੀ ਗੱਲ ਹੈਗੀ ਕਿ ਜਿਹਦੇ ਪਿੱਛੇ ਕੁਛ ਨਾ ਕੁਛ ਹੋਰ ਵੀ ਭੇਦ ਛੁਪਿਆ ਹੋਇਆ। ਹੁਣ ਉਹਦੇ ਮਦਰ ਜਿਹੜੇ ਆ ਉਹ ਸਰਪੰਚ ਵੀ ਰਹੇ ਉਸ ਪਿੰਡ ਦੇ। ਔਰ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਆ ਤਾਂ ਮਾਂ ਦੇ ਵਿਚਾਰੀ ਦਾ ਕੀ ਉਦੋਂ ਤੱਕ ਉਹ ਹੌਸਲਾ ਰਿਹਾ, ਔਰ ਉਹ ਵਿਚਾਰੀ ਕੀ ਸੋਚਦੀ ਹੋਗੀ। ਔਰ ਉਹਨੇ ਹੁਣ ਸਰਪੰਚੀ ਨਾਲ ਵੀ ਪਤਾ ਨਹੀਂ ਕੰਮ ਕਰ ਰਹੇ। ਮਾਂ ਪਿਓ ਕੋਲ ਤਾਂ ਸਾਰੇ ਕੰਮ ਉਦੋਂ ਛੁੱਟ ਜਾਂਦੇ ਆ, ਨਹੀਂ ਕਰ ਸਕਦੇ, ਕਿਉਂਕਿ ਦਿਲ ਹੀ ਇੱਦਾਂ ਦਾ ਹੋ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਐਡਾ ਵੱਡਾ ਨੁਕਸਾਨ ਕਿਸੇ ਨੇ ਵੀ ਨਹੀਂ ਭਰਨਾ, ਕੀ ਕੁਛ ਹੋਣਾ। ਉਹਦਾ ਵਿਆਹ ਵੀ ਸੀ ਉਦੋਂ ਦਾ,
ਔਰ ਇਹਦੇ ਵਿੱਚ ਦੇਖੋ ਪਾਕਿਸਤਾਨ ਦੇ ਜਿਹੜੇ ਸਿੰਗਰ ਜਾਂ ਜਿੰਨੇ ਵੀ ਉੱਥੇ ਗਾਇਕ ਨੇ ਉਹਨਾਂ ਨੇ ਬੜੀ ਵੱਡੀ ਹਾਮੀ ਭਰੀ ਆ, ਉਹਨਾਂ ਦੀ ਵੀਡੀਓ ਵੀ ਕੀਤੀਆਂ ਆ ਰਹੀਆਂ ਵੀਡੀਓ ਇੱਧਰੋਂ, ਔਰ ਇਹਨੂੰ ਬੜਾ ਅੱਛਾ ਗਾਇਕ ਮੰਨਦੇ ਸੀ, ਸਿਆਣਾ ਮੁੰਡਾ ਸੀਗਾ, ਪੜ੍ਹਿਆ ਲਿਖਿਆ ਮੁੰਡਾ ਸੀਗਾ। ਕੈਨੇਡਾ 'ਚ ਇਹਦੇ ਕੋਲ ਬੜੀ ਪ੍ਰਾਪਰਟੀ ਸੀ, ਕੈਨੇਡਾ 'ਚ ਇਹਨੇ ਆਪਣਾ ਘਰ ਵੀ ਬਣਾਇਆ ਸੀ, ਬਹੁਤ ਕੁਝ ਸੀ। ਉਹ ਵੀ ਵਿਚਾਰੇ ਇੱਥੋਂ ਗਏ ਵੇਚ ਵੱਟ ਕੇ ਆ ਗਏ ਵਾਪਸ। ਪਰ ਇਸ ਤਰ੍ਹਾਂ ਦੀ ਤਰਾਸਦੀ, ਇਸ ਤਰ੍ਹਾਂ ਦੀ ਟ੍ਰੈਜਡੀ ਜਿਹੜੀ ਇਹਨਾਂ ਨਾਲ ਵਾਪਰੀ ਆ, ਸਰਕਾਰ ਦੇ ਕੰਨਾਂ 'ਚੋਂ ਕੋਈ ਜੂੰ ਨਹੀਂ ਸਰਕੀ। ਜਦੋਂ ਕਿ ਇਹਨਾਂ ਦੀ ਜਿਹੜੀ ਸਿਕਿਉਰਿਟੀ ਸੀ, ਸਿਕਿਉਰਿਟੀ ਪੰਜਾਬ ਸਰਕਾਰ ਨੇ ਲਾ ਲਈ, ਸਾਰੀ ਸਿਕਿਉਰਿਟੀ ਵਿਡਰਾ ਕਰ ਲਈ, ਔਰ ਉਹਦੇ ਪੇਪਰ 'ਚ ਵੀ ਦੇ ਦਿੱਤਾ ਵੀ ਸਿਕਿਉਰਿਟੀ ਘੱਟ ਲਾ ਦਿੱਤੀ ਗਈ। ਸਾਰਾ ਕੁਝ ਜਿਨ੍ਹਾਂ ਨੇ ਮਾਰਨਾ ਸੀ, ਨੁਕਸਾਨ ਕਰਨਾ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਕੰਮ ਹੈਗਾ, ਹੁਣ ਕਰ ਦਿਓ ਇੱਕਦਮ। ਇਹ ਗੱਲਾਂ ਜਿਹੜੀਆਂ ਹੈਗੀਆਂ, ਗੱਲ ਸਰਕਾਰਾਂ 'ਚ ਵੀ ਹੁੰਦੀ ਹੈ। ਮੁੰਡੇ ਤਾਂ ਜਿਹੜੇ ਗੈਂਗਸਟਰ ਹੈਗੇ ਆ, ਪਰ ਹੁਣ ਮਾਂ ਪਿਓ ਨੂੰ ਕੌਣ ਪੁੱਛੂਗਾ? ਉਹ ਵਿਚਾਰਿਆਂ ਦੀ ਜਿਹੜੀ ਇਸ ਵੇਲੇ ਜੋ ਕੁਝ ਹੋ ਗਿਆ, ਉਹ ਕੋਈ ਉਹਨਾਂ ਨਾਲ ਸਾਂਝਾ ਨਹੀਂ ਕਰ ਸਕਦਾ। ਦੁੱਖ ਹੈ ਉਹਨਾਂ ਦੇ ਅੰਦਰ, ਉਹਨੂੰ ਹੀ ਦੁੱਖ ਹੈ। ਸਰਕਾਰਾਂ ਨੇ ਕੀ ਕਰਨਾ? ਕੁਝ ਵੀ ਨਹੀਂ। ਬੰਦੇ ਫੜ ਵੀ ਲੈਣਗੇ। 2 ਮੁੰਡੇ ਅੱਗੇ ਮਾਰੇ ਵੀ ਸੀਗੇ ਇਹਨਾਂ ਨੇ, ਔਰ ਹੋਰ ਵੀ ਮਾਰ ਰਹੇ ਆ। ਪਰ ਐਕਚੁਅਲੀ ਕੌਣ ਕਿੱਥੇ ਗਿਆ? ਇਨਕਾਊਂਟਰ ਤਾਂ ਬਣਾ ਲੈਂਦੇ ਆ, ਜੁਡੀਸ਼ਰੀ ਕੀ ਕਰ ਰਹੀ ਹੈ? ਕਿਹੜਾ ਬੰਦਾ ਐਕਚੁਅਲ ਆ? ਗਵਾਹੀਆਂ ਕਿੱਥੇ ਗਈਆਂ ਹੈ ਨਾ? ਕਿੱਥੇ ਪੈਨਲ ਕੋਡ ਗਿਆ? ਕਿੱਥੇ ਜਿਹੜੀ ਧਾਰਾ ਲਾਉਂਦੇ 302 ਉਹ ਨਹੀਂ ਕੋਈ ਲੱਗੀ? ਕਿੱਧਰ ਕਾਨੂੰਨ ਆ? ਕੀ ਕਾਨੂੰਨ ਆ? ਕੀ ਸੰਵਿਧਾਨ ਆ? ਕੀ ਕੁਛ ਹੈਗਾ? ਤਦੇ ਉਹ ਰੋ ਰਹੇ ਆ, ਇਸੇ ਕਰਕੇ ਰੋ ਰਹੇ ਆ। ਔਰ ਮੀਡੀਆ ਖਾਸ ਤੌਰ 'ਤੇ ਉਹਨਾਂ ਨੂੰ ਹਾਈਲਾਈਟ ਕਰਦਾ ਉਹਨਾਂ ਦੀ ਗੱਲਾਂ। ਉਹਦੇ ਫਾਦਰ ਜਿੱਥੇ ਜਾਂਦੇ ਆ ਉਹ ਭੁੱਬਾਂ ਨਾਲ ਰੋਂਦੇ ਆ। ਕੀ ਕਰ ਸਕਦੇ ਮਾਂ ਪਿਓ? ਇਹ ਬਹੁਤ ਵੱਡੀ ਟ੍ਰੈਜਡੀ ਹੈ। ਇੱਕੋ ਇਕਲੌਤਾ ਬੱਚਾ ਹੈ, ਉਹ ਵੀ ਉਹਨਾਂ ਦੇ ਕੋਲ ਨਹੀਂ ਰਿਹਾ, ਅਤੇ ਸਾਰਾ ਕੁਛ ਜਿਹੜਾ ਸਾਰੇ ਦਾ ਸਾਰਾ ਉਹ ਮਿੱਟੀ ਹੋ ਗਿਆ। ਕੰਮ ਇਹ ਹੋ ਗਿਆ। ਜੋ ਪ੍ਰਾਪਰਟੀ ਹੈ ਸਾਰੀ ਦੀ ਸਾਰੀ ਲੋਕ ਲੈ ਜਾਣਗੇ, ਘਰ ਰਹਿ ਜਾਣਗੇ। ਬਜ਼ੁਰਗ ਨੇ, ਜਦੋਂ ਇਹ ਵਿਚਾਰੇ ਇਸ ਦੁਨੀਆ ਤੋਂ ਚੱਲ ਵਸੇ, ਤਾਂ ਕੌਣ ਬਹਿੰਦਾ? ਉਹ ਇਹਨਾਂ ਦੀ ਬੁਨਿਆਦ ਸੀ, ਉਹੀ ਇਹਨਾਂ ਦਾ ਸਾਰਾ ਕੁਝ ਸੀਗਾ, ਇਹਨਾਂ ਦਾ ਖਾਨਦਾਨ ਸੀਗਾ, ਇਹਨਾਂ ਦਾ ਵਾਰਿਸ ਸੀਗਾ, ਬੁਨਿਆਦ ਸੀਗੀ। ਉਹ ਖਤਮ ਹੋ ਗਈ ਸਾਰਾ ਕੁਝ। ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਸ਼ਬਦਾਂ ਨਾਲ ਤੇ ਅਸੀਂ ਇਹਨਾਂ ਦਾ ਦੁੱਖ ਨਹੀਂ ਪੂਰ ਸਕਦੇ। ਸਹੀ ਗੱਲ। ਮਤਲਬ ਜੋ ਪਰਮਾਤਮਾ ਦਾ ਭਾਣਾ। ਬਾਕੀ ਸਰਕਾਰਾਂ ਨੂੰ ਆਪਣਾ ਬਣਦਾ ਕੰਮ ਜ਼ਰੂਰ ਕਰਨਾ ਚਾਹੀਦਾ। ਹੁਣ ਆਪਾਂ ਜਾਂਦੇ ਜਾਂਦੇ ਇਹ ਖਬਰ ਲੈ ਲਈਏ ਕਿ ਪੰਜਾਬ ਸਰਕਾਰ ਵੱਲੋਂ 88,000 ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ। ਬੱਲੇ ਬੱਲੇ, ਦੇਖ ਲਓ ਜਿਹੜੇ ਆਟਾ ਚੌਲ ਦਾਲ ਸਕੀਮ ਹੈ ਗਰੀਬ ਲੋਕਾਂ ਦੀ। ਇਹ ਦੇਖ ਲਓ, ਇਹਦੇ ਵਿੱਚ ਇਹਨਾਂ ਨੇ ਹੁਣ ਤਬਦੀਲ ਕੀਤੀ ਆ। ਇਹ 'ਚ ਕੁਝ ਤਾਂ ਮਰੇ ਲੋਕ ਹੈਗੇ, ਕੁਝ NRI ਆ, ਕੁਝ ਇਸ ਦੁਨੀਆ 'ਤੇ ਹੈ ਹੀ ਨਹੀਂ। ਉਹਨਾਂ ਦੇ ਕਾਰਡ ਬਣ ਗਏ, ਜਦੋਂ ਕਿ ਜਿਹੜੇ ਬੰਦੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਵਾਲੇ, ਉਹਨਾਂ ਦੇ ਕਾਰਡ ਬਣਦੇ ਆ, ਰਾਸ਼ਨ ਕਾਰਡ ਬਣਾਉਂਦੇ ਆ, ਸਮਾਰਟ ਕਾਰਡ ਜਿਹਨੂੰ ਨੀਲਾ ਕਾਰਡ ਆਉਂਦੇ ਆ। ਔਰ ਉਹਦੇ 'ਚ ਪੰਜਾਬ 'ਚ ਤਾਂ ਵੈਸੇ ਹੀ ਬਹੁਤ ਘੱਟ ਹੈਗੇ, ਅਤੇ ਕਾਰਡ ਕਿਸ ਬਣਾ 'ਤੇ ਬਣ ਗਏ। ਔਰ ਉਹ ਸਾਰਾ ਕੁਝ ਲੈ ਰਹੇ ਸੀ। ਜਿਸ ਤਰ੍ਹਾਂ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ, ਮਰਜ਼ ਦੀ ਗੱਡੀ ਦੇ ਵਿੱਚ ਸੀਗਾ ਬੰਦਾ, ਉਹਨੇ ਕਿੰਨੇ ਤੋੜੇ ਜਿਹੜੇ ਆਟੇ ਦੇ ਲਿਆ ਕੇ ਰੱਖ ਕੇ, ਅਤੇ ਉਹਦੀ RC ਫੜੀ ਆ, ਤਾਂ RC ਉਹਦੇ ਨਾਂ 'ਤੇ ਉਹ ਆਉਂਦਾ ਨਹੀਂ NRI ਉਹਨਾਂ ਦੀ ਗੱਡੀ ਹੈਗੀ ਆ। ਇਸ ਤਰ੍ਹਾਂ ਦੇ ਬੜੇ ਹੋਰ ਵੀ ਭੇਦ ਹੈਗੇ ਆ ਜਿਹੜੇ ਜ਼ਾਹਰ ਕੀਤੇ ਜਾ ਰਹੇ ਆ। ਔਰ ਉਹ ਮੁੱਖ ਦੀ ਚੀਜ਼ ਨੂੰ ਇੰਨਾ ਪੈਂਦੇ ਲੋਕ ਵੀ ਇਹ ਮੁੱਖ ਦੀ ਚੀਜ਼ ਜਿਹਨਾਂ ਕੋਲ ਆਲਰੇਡੀ ਹੈਗਾ ਹੀ ਆ, ਉਹਨਾਂ ਨੂੰ ਦੇਣਾ ਚਾਹੀਦਾ। ਜਿਹਨਾਂ ਕੋਲ ਵਿਚਾਰਿਆਂ ਕੋਲ ਛੱਤ ਨਹੀਂ, ਜਿਹਨਾਂ ਕੋਲ ਕੋਈ ਬੋਰੇ 'ਚ ਆਟਾ ਨਹੀਂ, ਜਿਹਨਾਂ ਕੋਲ ਤਵਾ ਨਹੀਂ ਤਪਦਾ, ਜਿਹਨਾਂ ਕੋਲ ਕੋਈ ਲੱਕੜ ਬਾਲਣ ਨਹੀਂ ਗਾ, ਜਿਹਨਾਂ ਕੋਲ ਕੁਛ ਨਹੀਂ ਹੈਗਾ। ਅਤੇ ਜੇ ਹੁਣ ਰਸੋਈ ਗੈਸ ਦੀ ਗੱਲ ਕਰਦੇ ਹਾਂ, ਤਾਂ ਉਹ ਵੀ ਕਿੱਥੇ ਪਹੁੰਚ ਗਈ? ਉਹ 1100 ਹੋ ਗਿਆ, 1100 ਤੋਂ ਅੱਗੇ ਚਲੀ ਗਈ। ਜਿਹੜਾ ਦਿਹਾੜੀਦਾਰ ਬੰਦਾ, ਜਿਹੜਾ 500 ਰੁਪਏ ਦਿਹਾੜੀ ਪੂਰੀ ਲੈਂਦਾ, ਕਦੋਂ ਲਊਗਾ ਸਿਲੰਡਰ? ਕਿੱਥੋਂ ਆਟਾ ਲਊਗਾ? ਕਿੱਥੋਂ ਦੁੱਧ ਲਊਗਾ? ਕਿੱਥੋਂ ਚਾਹ ਪੱਤੀ ਲਊਗਾ? ਅਤੇ ਕੀ ਬੱਚਿਆਂ ਨੂੰ ਖਵਾਊਗਾ? ਫਲ ਫਰੂਟ ਤਾਂ ਉਹਦਾ ਸੁਪਨਾ ਹੀ ਆ। ਜੇ ਸੇਬ ਜਾਂ ਕੇਲੇ ਜਾਂ ਉਹਨੇ ਕੁਛ ਬਾਕੀ ਫਰੂਟ ਲੈ ਕੇ, ਜੂਸ ਲੈ ਕੇ ਬੱਚਿਆਂ ਨੂੰ ਪਿਆਉਣਾ, ਉਹ ਕਦੀ ਵੀ ਨਹੀਂ ਦੇਖ ਸਕਦਾ। ਲੋਕਾਂ ਨੂੰ ਖਾਂਦਿਆਂ ਨੂੰ ਵੇਖ ਸਕਦਾ, ਨਾ ਬੱਚਿਆਂ ਨੂੰ ਆਂਡੇ ਖਵਾ ਸਕਦਾ, ਨਾ ਫਰੂਟ, ਨਾ ਕਦੀ ਕੋਈ ਜੂਸ, ਕਦੀ ਕੋਈ ਚੀਜ਼ ਨਹੀਂ। ਉਹ ਦੂਰੋਂ ਵੇਖੂਗਾ ਕਿ ਕੀ ਖਾਂਦੇ ਤਾਂ ਡਰਾਈ ਫਰੂਟ। ਡਰਾਈ ਫਰੂਟ ਕਿੰਨੇ ਮਹਿੰਗੇ ਨੇ, 1000 ਰੁਪਏ ਕਿਲੋ ਤੋਂ ਘੱਟ ਕੋਈ ਵੀ ਨਹੀਂ। ਉਹ ਤਾਂ ਅਚਾਰ ਨਾਲ ਰੋਟੀ ਵੀ ਉਹਦੇ ਨਸੀਬ ਨਹੀਂ ਹੋਣੀ। ਇਹ ਹੈ ਸਾਡੀਆਂ ਸਰਕਾਰਾਂ ਦੀਆਂ ਜਿਹੜੀਆਂ ਹਦਾਇਤਾਂ, ਸਾਡੀ ਸਰਕਾਰਾਂ ਦੇ ਜਿਹੜੇ ਵੱਡੇ ਪੈਗਾਮ ਨੇ, ਵੱਡੇ ਉਹਨਾਂ ਦੇ ਐਲਾਨਨਾਮੇ ਨੇ, ਜਿਨ੍ਹਾਂ 'ਚੋਂ ਕੀ ਨਿਕਲਦਾ ਹੈਗਾ? ਗਰੀਬੀ। ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਗਰੀਬੀ ਨੂੰ ਹਟਾਉਣਾ ਜਾਂ ਗਰੀਬੀ ਦੂਰ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਸਿਰਫ ਕਹਿ ਜਾਂਦੇ ਆ ਅਤੇ ਮੁੱਕਰ ਜਾਂਦੇ ਆ, ਅਤੇ ਕਹਿ ਜਾਂਦੇ ਅਤੇ ਹਰ ਵਾਰੀ ਮੁੱਕਰਦੇ ਆ। ਗਰੀਬੀ ਤਾਂ ਉੱਥੇ ਦੀ ਉੱਥੇ ਰਹਿਣੀ। ਨੈਟਵਰਕ ਬਹੁਤ ਜ਼ਬਰਦਸਤ ਹੈ ਨਾ, ਅਮੀਰਾਂ ਦਾ ਸਟਰੋਂਗ ਨੈਟਵਰਕ ਹੈ। ਸਹੀ ਗੱਲ ਆ। ਚਲੋ ਆਪਾਂ ਅੱਗੇ ਚੱਲਦੇ ਹਾਂ। ਬਸ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਜਿਹੜੀ ਇੱਕ ਅਫਵਾਹ ਜੀ ਬਣੀ ਸੀ ਕਿ G20 ਸੰਮੇਲਨ ਰੱਦ ਹੋ ਗਿਆ, ਉਹ ਰੱਦ ਨਹੀਂ ਹੋਇਆ। 19 ਤੇ 20 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ G20। ਤਾਂ ਉਮੀਦ ਹੈ ਉਹਦੇ ਵਿੱਚੋਂ ਵਧੀਆ ਸਿੱਟੇ ਨਿਕਲ ਸਕਦੇ। ਅੱਛੀ ਗੱਲ ਹੈ, ਕਿਉਂਕਿ ਇਹਦੇ ਵਿੱਚ ਦਿੱਲੀ ਤਾਂ ਹੋਇਆ ਸੀ, ਇਹਨਾਂ ਕਹਿਤਾ ਮੁੜ ਦਿੱਲੀ ਦੁਬਾਰਾ ਉੱਥੇ ਹੋਊਗਾ ਅਤੇ ਅੰਮ੍ਰਿਤਸਰ ਨਹੀਂ ਹੋਊਗਾ। ਜਦੋਂ ਪਲਾਨਿੰਗ ਹੈ, ਸ਼ਡਿਊਲਡ ਆਇਆ, ਉਹਦੇ ਵਿੱਚ 2 ਦਿਨ ਦਾ ਉੱਥੇ ਸੀਗਾ, ਔਰ ਉਹਦੇ ਵਿੱਚ ਹੋਟਲ ਬੁੱਕ ਹੋ ਗਿਆ, ਖਾਣਾ ਬਣਾਉਣ ਦਾ ਸਾਰਾ ਕੁਝ ਤਿਆਰ ਹੋ ਗਿਆ। ਉਹਦੇ ਵਿੱਚ ਲੋਕ ਜਿਹੜੇ ਆ ਰਹੇ ਬਾਹਰੋਂ ਅੰਮ੍ਰਿਤਸਰ ਨੂੰ ਵੇਖਣਾ ਚਾਹੁੰਦੇ ਆ,
ਔਰ ਉਹਨਾਂ ਸ੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣਾ, ਸਾਰਾ ਕੁਛ ਹੈਗਾ। ਔਰ ਇਦਾਂ ਦਾ ਜਿਹੜੀ ਇਹ ਮੈਸੇਜ ਹੈ, ਇਹਨੂੰ ਦੁਬਾਰਾ ਪੋਸਟ ਪਤਾ ਨਹੀਂ ਕਿਹਨੇ ਕਰ ਦਿੱਤਾ, ਫੇਸਬੁੱਕ 'ਤੇ ਕਿੱਥੇ ਪਿਆ, ਇਹ ਚਰਚਾ ਬਣ ਗਈ ਸੀ ਵੀ ਇਹ ਜਿਹੜਾ G20 ਹੈਗਾ ਹੁਣ ਅੰਮ੍ਰਿਤਸਰ ਨਹੀਂ ਹੋ ਰਿਹਾ, ਦਿੱਲੀ ਹੋਊਗਾ। ਔਰ ਲੋਕ ਇਹਦੇ 'ਤੇ ਬਹੁਤ ਗੁੱਸਾ ਜ਼ਾਹਰ ਕਰ ਰਹੇ ਸੀ ਵੀ ਇਹ ਕਿਉਂ ਕਰ ਦਿੱਤਾ, ਕਿ ਇਹ ਲੋਕ ਇਹ ਸੋਚਦੇ ਸ਼ਾਇਦ ਇਹ ਫਿਰ ਪੰਜਾਬ ਵਾਲਾ ਹੀ ਉਹੀ ਕਰ ਦਿੱਤਾ ਇਹਨਾਂ ਨੇ, ਕਿ ਕੇਂਦਰ ਨੇ ਇਹਨੂੰ ਮੁਨਕਰ ਹੋ ਗਏ ਇਸ ਤੋਂ ਵੀ ਨਹੀਂ ਉੱਥੇ ਕਰਨਾ। ਜਿਸ ਤਰ੍ਹਾਂ ਬਾਕੀ ਇਹਨਾਂ ਨੇ ਸਕੀਮਾਂ ਬੰਦ ਕਰਤੀਆਂ, ਜਿੱਦਾਂ ਪੈਸਾ ਬੰਦ ਕਰ ਦਿੱਤਾ, ਔਰ ਬਾਕੀ ਜਿਹੜਾ ਫੰਡਿੰਗ ਆ ਰਹੀ ਸੀ ਉਹ ਇਹਨਾਂ ਨੇ ਬੰਦ ਕਰਤੀ, ਕੋਈ ਵਿਕਾਸ ਨਹੀਂ ਆਉਂਦੇ ਸੀ ਪੈਸਾ ਦੇਣਾ। ਜਿਸ 'ਚ ਇਹਨਾਂ ਨੇ ਜਿਹੜੇ ਸਿਹਤ ਕੇਂਦਰ ਸੀ ਉਹਨਾਂ ਲਈ ਪੈਸਾ ਬੰਦ ਕਰਤਾ, ਔਰ ਬਾਕੀ ਵੀ ਜਿਹੜੇ ਸੀ ਇੱਥੋਂ ਦੇ ਮੁੱਦੇ ਇਹਨਾਂ ਨੇ ਬਿਲਕੁਲ ਫੱਟੀ ਪੋਚਤੀ ਉਹਨਾਂ ਦੀ ਪੰਜਾਬੀ 'ਚ, ਸਾਰਾ ਕੁਛ ਇਹ ਕਰਤਾ। ਚਲੋ ਫੱਟੀ ਨਾ ਪੋਚਿਆ ਜਾਵੇ, ਕਿਉਂਕਿ ਕੇਂਦਰ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਹਰ ਇੱਕ ਸੂਬੇ ਲਈ ਜੀ ਜੋ ਵੀ ਨਿਰਦੇਸ਼ ਦਿਸ਼ਾ ਨਿਰਦੇਸ਼ ਸਟੇਟਸ ਨੂੰ ਦਿੱਤੇ ਜਾਣ, ਸਟੇਟਸ ਵੀ ਸੈਂਟਰਲ ਗਵਰਨਮੈਂਟ ਦੀ ਗੱਲ ਨਾਲ ਆਪਣੀ ਹਿਮਾਇਤ ਕਰੇ ਔਰ ਉਹਨਾਂ ਦੀ ਗੱਲ ਮੰਨੇ ਔਰ ਮਿਲ ਜੁਲ ਕੇ ਸਾਰੇ ਸੂਬਿਆਂ ਦੀਆਂ, ਸਾਰੇ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਸੂਬਾ ਸਰਕਾਰਾਂ ਵੀ ਕੇਂਦਰ ਸਰਕਾਰਾਂ ਵੀ। ਸੋ ਆਪਾਂ ਚੱਲਦੇ ਹਾਂ ਹੁਣ ਬਲਕਾਰ ਜੀ, ਤੇ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਜੀ ਜੀ, ਸਤਿ ਸ੍ਰੀ ਅਕਾਲ।